सतगुरु जीओ। गुरु गरीब नवाज साहिब जियो महाराज। एक मन पुरख ध्याए बर दाता, संत सहार सदा बिख्याता। तास चरण लै हृदय बसावो, तौ परम गुरु नानक गुण गावो। दर्शन प्यास बहुत मन मेरा, मिल नानक देव जगत गुर केरै। रविदास ध्याए प्रभ अनूप, गुर नानक देव गोबिंद रूप। गुर नानक देव गोबिंद रूप। पतत पावन भगत वत्सल गरीब नवाज सतगुरु, हस्ती ए मुकद्दस हर दो आलम पातशाह, सुते प्रकाश आवाज शब्द जुगो जुगे अटल। धन धन साहिब श्री गुरु ग्रंथ साहब महाराज जियां दे पाक पवित्र मुबारक चरना कमलों विच प्रेम दियां तंदां पा के जुड़ बैठी गुरु प्यारी साध संगत जी, आपो अपनी आत्मा दे भले लई और सुरत नूं गुर शब्द विचार नाल जोड़न वास्ते सरदा भावना नाल सतगुरां दी बख्शी हुई फतेह बुलाओ। आखो जी वाहिगुरु जी का खालसा वाहिगुरु जी की फतेह। गुर सिखां मन वाधाइयां, जिनी मेरा सतगुर डिठा राम राजे। कोई कर गल सुनावै हर नाम की, सो लगै गुर सिखां मन मिठा। गुर डिठा तां मन साधारिया। अज 27 नवंबर 2023 सिख कौम दे बानी निरंकार दी निर्गुण ते सरगुण साखियात मूरत धन धन साहिब श्री गुरु नानक देव महाराज जियां दा प्रकाश दिहाड़ा सारियां संगतां जिहड़ियां बड़ी सरधा भावना नाल मना रहीआं। तुसीं भी सब संगतां रल मिल के इकत्तर हो के तन मन धन करके सेवावां कर रहे हो, लाहा प्राप्त कर ले हो, वड्डे भागां वाले हो। सारियां संगतां नूं धन श्री गुरु नानक देव महाराज जियां दे प्रकाश पुरब दियां लख लख वधाइयां होण जी। माता त्रिपता जियां दे
ਕੁੱਖ ਨੂੰ ਭਾਗ ਲੱਗਿਆ। ਮਹਿਤਾ ਕਲਿਆਣ ਚੰਦ ਬੇਦੀ ਸਾਹਿਬ ਦੇ ਵਿਹੜੇ 'ਚ ਰੌਣਕਾਂ ਆਈਆਂ। ਆਪਾਂ ਇੱਕ ਅਰਦਾਸ ਕਰੀਏ, ਹੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਰਾਏ ਭੋਏ ਦੀ ਤਲਵੰਡੀ ਹੈ, ਲਾਹੌਰੋਂ 20 ਮੀਲ ਪੱਛੋਂ ਵਾਲੇ ਲਹਿੰਦੇ ਪਾਸੇ ਆਪ ਜੀ ਦਾ ਪਾਕ ਪਵਿੱਤਰ ਨਗਰ ਆ, ਜਿੱਥੇ ਪਿਤਾ ਮਹਿਤਾ ਕਲਿਆਣ ਚੰਦ ਬੇਦੀ ਸਾਹਿਬ ਦੇ ਘਰ ਰੌਣਕਾਂ ਲੱਗੀਆਂ, ਜਿੱਥੇ ਮਾਤਾ ਤ੍ਰਿਪਤਾ ਜੀਆਂ ਦੀ ਕੁੱਖ ਨੂੰ ਭਾਗ ਲਾਏ ਜੇ। ਸਾਡੀ ਬੇਨਤੀ ਆ ਕਿ ਸਾਡਾ ਸਰੀਰ ਰੂਪੀ ਘਰ ਆ, ਹਿਰਦਾ ਰੂਪੀ ਵਿਹੜਾ ਜਿਹੜਾ ਉਹ ਖਾਲੀ ਪਿਆ। ਜਿਵੇਂ ਆਪਣੇ ਮਾਪਿਆਂ ਦੇ ਘਰ ਆਏ ਜੇ, ਐਵੇਂ ਕਿਤੇ ਸਾਡੇ ਵੀ ਗਰੀਬਾਂ ਦੇ ਵਿਹੜੇ ਵਿੱਚ ਮੁਬਾਰਕ ਚਰਨ ਪਾਓ ਨਾ। ਸਾਰੀ ਸੰਗਤ ਜਿਹੜੀ ਹੈ ਨੇਤਰ ਬੰਦ ਕਰਕੇ ਤੇ ਧਿਆਨ ਜੋੜਨਾ ਕਰਿਓ। ਸ਼ਾਇਦ ਮਾਲਕ ਰਹਿਮਤ ਕਰੇ ਕਿ ਸਾਡੇ ਸੁੰਨੇ ਪੈ ਘਰ ਦੇ ਅੰਦਰ ਸਾਡੇ ਪੂਰੇ ਗੁਰੂ ਦੀ ਆਮਦ ਹੋ ਜਾਏ। ਆ ਨਾਨਕਾ ਵੇ ਕਦੇ ਅਸਾਂ ਵਾਲੇ ਵੇੜੇ, ਆ ਨਾਨਕਾ ਵੇ ਕਦੇ ਅਸਾਂ ਵਾਲੇ ਵੇੜੇ। ਦੀਵੇ ਬੈਠੇ ਆਸਾਂ ਦੇ ਜਗਾ, ਨਾਨਕਾ ਵੇ ਕਦੇ ਅਸਾਂ ਵਾਲੇ ਵੇੜੇ, ਆ ਨਾਨਕਾ ਵੇ ਕਦੇ ਅਸਾਂ ਵਾਲੇ ਵੇੜੇ। ਸੁਣਿਆਰਿਆ ਵੇੜਾ ਸਾਨੂੰ ਖਾ, ਨਾਨਕਾ ਵੇ ਕਦੇ ਅਸਾਂ ਵਾਲੇ ਵੇੜੇ, ਆ ਨਾਨਕਾ ਵੇ ਕਦੇ ਅਸਾਂ ਵਾਲੇ ਵੇੜੇ। ਬੰਦਗੀ ਦੀ ਖੈਰ ਝੋਲੀ ਪਾ, ਨਾਨਕਾ ਵੇ ਕਦੇ ਅਸਾਂ ਵਾਲੇ ਵੇੜੇ, ਆ ਨਾਨਕਾ ਵੇ ਕਦੇ ਅਸਾਂ ਵਾਲੇ ਵੇੜੇ। ਕੂੰਜ ਵਾਂਗੂ ਰਹੀਐ ਜਿੰਦ ਕੁਰਲਾ, ਨਾਨਕਾ ਵੇ ਕਦੇ ਅਸਾਂ ਵਾਲੇ ਵੇੜੇ, ਆ ਨਾਨਕਾ ਵੇ ਕਦੇ ਅਸਾਂ ਵਾਲੇ ਵੇੜੇ। ਦੀਵੇ ਬੈਠੇ ਆਸਾਂ ਦੇ ਜਗਾ, ਨਾਨਕਾ ਵੇ ਕਦੇ ਅਸਾਂ ਵਾਲੇ ਵੇੜੇ, ਆ ਨਾਨਕਾ ਵੇ ਕਦੇ ਅਸਾਂ ਵਾਲੇ ਵੇੜੇ। मोहन घर आओ करो जो दरिया, मान करूं अब मानै बोलो, भूल चुक तेरी फिर चिरिया। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ
ਜੀਵਨ ਦਾ ਜਿਹੜਾ ਬਿਰਤਾਂਤ ਹੈ ਉਹਦੀ ਆਪਾਂ ਵਿਚਾਰ ਕਰਨੀ। ਸਮਾਂ ਆਪਾਂ ਨੂੰ ਮਿਲਿਆ 1.5 ਕੁ ਘੰਟਾ। ਸਵੇਰ ਤੋਂ ਲੈ ਕੇ ਤੀਜੇ ਦੀਵਾਨ ਦੀ ਹਾਜ਼ਰੀ ਹੈ, ਗੁਰੂ ਸਾਹਿਬ ਹਾਜ਼ਰੀ ਸੇਵਾ ਕਰਵਾਉਣ ਲੱਗੇ ਆ। ਸੰਗਤਾਂ ਨੂੰ ਬੇਨਤੀ ਆ ਕਿ ਜਿੰਨਾ ਤੁਸੀਂ ਟਿਕਾ ਬਣਾਓਗੇ ਓਨੀ ਵਿਚਾਰ ਗੰਭੀਰ ਹੁੰਦੀ ਜਾਏਗੀ। ਤੋ ਸਾਰੀ ਸੰਗਤ ਧਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਇਤਿਹਾਸ ਦੇ ਪੰਨੇ ਨਾਲ ਜੋੜ ਕੇ ਰੱਖਣਾ। ਮੇਰੀ ਵਿਚਾਰ ਦਾ ਵਿਸ਼ਾ ਹੈ ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਇਹ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਤੀਜੇ ਰਾਗ ਗੌੜੀ ਰਾਗ ਵਿੱਚ ਦਰਜ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਤੀਸਰੇ ਰਾਗ ਗੌੜੀ ਰਾਗ ਦੀਆਂ 2 ਵਾਰਾਂ ਸਤਿਗੁਰਾਂ ਨੇ ਵਿਦਮਾਨ ਕੀਤੀਆਂ। ਗੌੜੀ ਕੀ ਵਾਰ ਮਹੱਲਾ ਚੌਥਾ, ਗੌੜੀ ਕੀ ਵਾਰ ਮਹੱਲਾ ਪੰਜਵਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਕੁਝ ਰਾਗ ਐਸੇ ਨੇ ਜਿਸ ਰਾਗ ਵਿੱਚ 2-2 ਵਾਰਾਂ ਦਰਜ ਨੇ। ਜਿਵੇਂ ਗੌੜੀ ਕੀ ਵਾਰ ਆ, ਗੌੜੀ ਰਾਗ ਵਿੱਚ 2 ਵਾਰਾਂ ਦਰਜ ਨੇ। ਇਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪੰਜਵਾਂ ਰਾਗ ਹੈ ਰਾਗ ਗੂਜਰੀ। ਗੂਜਰੀ ਰਾਗ ਦੀਆਂ 2 ਵਾਰਾਂ ਨੇ। ਵਿਲੱਖਣਤਾਈ ਦੀ ਗੱਲ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ 18ਵਾਂ ਰਾਗ ਹੈ ਰਾਗ ਰਾਮਕਲੀ। ਤੇ ਰਾਮਕਲੀ ਰਾਗ ਦੇ ਵਿੱਚ 3 ਵਾਰਾਂ ਸਤਿਗੁਰਾਂ ਨੇ ਵਿਦਮਾਨ ਕੀਤੀਆਂ। 31 ਰਾਗਾਂ ਵਿੱਚੋਂ 18ਵਾਂ ਰਾਗ ਇਕਲੌਤਾ ਰਾਗ ਹੈ ਜਿਹਦੇ ਵਿੱਚ 3 ਵਾਰਾਂ ਦਰਜ ਨੇ। 2 ਗੁਰੂ ਸਾਹਿਬਾਨਾਂ ਦੀਆਂ ਨੇ ਤੇ ਤੀਜੀ ਵਾਰ 2 ਗੁਰੂ ਕੇ ਰਬਾਬੀਆਂ ਦੀ ਹੈ। ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਜਿਹੜੀ ਆਪਣੀ ਵਿਚਾਰ ਦਾ ਵਿਸ਼ਾ ਹੈ ਗੌੜੀ ਕੀ ਵਾਰ ਮਹੱਲਾ ਚੌਥਾ, ਇਹ 300 ਅੰਗ ਤੋਂ ਪ੍ਰਾਰੰਭ ਹੁੰਦੀ ਹੈ, ਪੂਰੇ 300 ਅੰਗ ਤੋਂ। ਤਾਂ ਇਸ ਗੌੜੀ ਕੀ ਵਾਰ ਮਹੱਲੇ ਚੌਥੇ ਦੀ 17ਵੀਂ ਪੌੜੀ ਨਾਲ ਜਿਹੜਾ ਸ਼ਲੋਕ ਆਇਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 310 ਅੰਗ ਦੇ ਉੱਤੇ ਵਿਦਮਾਨ ਆ। ਤੇ ਉਸ ਸ਼ਲੋਕ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਜ਼ਿਕਰ ਕੀਤਾ ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਅੱਜ ਪ੍ਰਕਾਸ਼ ਦਿਹਾੜਾ ਹੈ ਨਾ, ਤਾਂ ਪ੍ਰਕਾਸ਼ ਦਿਹਾੜੇ ਦੀ ਵਿਚਾਰ ਹੋਣੀ ਹੈ। ਪਿਛੋਕੜ ਵਾਲੇ ਪਾਸੇ ਜਾਇਆ ਜਾਣਾ। ਮਹਾਰਾਜ ਜਾਂਦੇ ਆ ਸਾਡੇ 10 ਗੁਰੂ ਸਾਹਿਬਾਨ ਨੇ। 10 ਗੁਰੂ ਸਾਹਿਬਾਨਾਂ ਨੂੰ ਜਨਮ ਦੇਣ ਵਾਲੀਆਂ ਮਾਤਾਵਾਂ ਧੰਨ ਨੇ। 10 ਗੁਰੂ ਸਾਹਿਬਾਨਾਂ ਨੂੰ ਜਨਮ ਦੇਣ ਵਾਲੇ ਉਹ ਪਿਤਾ ਧੰਨ ਨੇ। ਤੇ ਜਿਸ ਖਾਨਦਾਨ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਅਵਤਾਰ ਹੋਇਆ ਉਹ ਖਾਨਦਾਨ ਵੀ ਧੰਨ ਨੇ। ਉਹ ਕੁੱਲ ਜਿਹੜੀ ਖਾਨਦਾਨ ਹੈ ਉਹ ਵਧਾਈ ਦੇ ਪਾਤਰ ਹੈ। ਜਿਸ ਦਿਨ ਤੋਂ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦਾ ਨਿਰਮਾਣ ਕੀਤਾ ਹੈ, ਆਦਿ ਸੱਚ ਪਹਿਲਾਂ ਨਿਰੰਕਾਰ ਆਪ ਸੀ ਇਕੱਲਾ, ਆਪਣੇ ਆਸਣ ਦੇ ਉੱਤੇ ਬੈਠਾ ਸੀ। ਕਰ ਆਸਣ ਡਿਠੋ ਚਾਓ। ਫਿਰ ਜੁਗਾਦ ਸੱਚ, ਫਿਰ ਯੁੱਗਾਂ ਦਾ ਆਦ ਹੋਇਆ। ਯੁੱਗਾਂ ਦੇ ਵਿੱਚ ਵੀ ਸਤ ਦੀ ਜੈ ਜੈਕਾਰ ਹੁੰਦੀ ਰਹੀ। ਸਤਯੁਗ ਦਾ ਸਮਾਂ ਆਇਆ। ਸਤਯੁਗ ਤੋਂ ਬਾਅਦ ਤ੍ਰੇਤੇ ਦਾ ਸਮਾਂ ਆਇਆ। ਤ੍ਰੇਤੇ ਦੇ ਅਵਤਾਰ ਸਨ ਭਗਵਾਨ ਸ਼੍ਰੀ ਰਾਮ ਚੰਦਰ ਜੀ। ਬਾਣੀ ਉਹਨਾਂ ਨੂੰ ਰਾਜੇ ਮੰਨਦੀ ਹੈ। 10 ਅਵਤਾਰੀ ਰਾਮ ਰਾਜਾ ਆਇਆ। ਕਈ ਵਾਰ ਨਾ ਰਾਜੇ ਜਿਹੜੇ ਨੇ ਉਹ ਧਰਮੀ ਹੁੰਦੇ ਨੇ, ਉਹਦਾ ਪ੍ਰਬੰਧ ਬੜਾ ਠੀਕ ਹੁੰਦਾ। ਲੋਕ ਉਹਨੂੰ ਅਵਤਾਰ ਜਾਣ ਕੇ ਮੰਨਣ ਲੱਗ ਪੈਂਦੇ ਆ। ਐਸਾ ਹੀ ਕੋਈ ਭਗਵਾਨ ਸ਼੍ਰੀ ਰਾਮ ਚੰਦਰ ਮਹਾਰਾਜ ਨਾਲ ਹੋਇਆ ਸੀ। ਉਹ ਯੁੱਧਿਆ ਦੇ ਰਾਜੇ, ਪਰ ਉਹਨਾਂ ਦੀ ਨਿਆਮ ਪ੍ਰਣਾਲੀ ਸਹੀ ਹੋਣ ਕਰਕੇ ਲੋਕ ਉਹਨਾਂ ਨੂੰ ਅਵਤਾਰ ਮੰਨਣ ਲੱਗ ਪਏ। ਬਾਣੀ ਉਹਨਾਂ ਨੂੰ ਅਵਤਾਰ ਨਹੀਂ ਮੰਨਦੀ। ਬਾਣੀ ਆਂਦੀ ਹੈ 10 ਅਵਤਾਰੀ ਰਾਮ ਰਾਜਾ ਆਇਆ। ਤੇ ਭਗਵਾਨ ਸ਼੍ਰੀ ਰਾਮ ਚੰਦਰ ਦੇ ਘਰ 2 ਪੁੱਤਰ ਪੈਦਾ ਹੋਏ ਸਨ, ਲਵ ਤੇ ਕੁਸ਼। ਲਵ ਨੇ ਜਦੋਂ ਆਪਣੀ ਵਾਗਡੋਰ ਸੰਭਾਲੀ ਰਾਜ ਭਾਗ ਦੀ, ਤਾਂ ਉਹਨੇ ਕੀ ਕੀਤਾ ਵੀ ਆਪਣੇ ਨਾਂ ਦੇ ਉੱਤੇ ਲਾਹੌਰ ਸ਼ਹਿਰ ਬੱਧਾ, ਜਿਹੜਾ ਅੱਜ ਪਾਕਿਸਤਾਨ ਦੀ ਰਾਜਧਾਨੀ ਆ ਤੇ ਸਰਕਾਰੇ ਖਾਲਸਾ ਦਾ ਪਹਿਲਾ ਤਖਤ ਆ। 1 ਵਿਸਾਖ 1856 ਨੂੰ ਇਹ ਖਾਲਸੇ ਦਾ ਰਾਜ ਦਾ ਇੱਥੋਂ ਰਾਜ ਤਿਲਕ
सरदार रणजीत सिंह नूं शेरे पंजाब महाराजा रणजीत सिंह का खिताब मिलिया। तो गुरु नानक देव महाराज की अंश बंश विचों बाबा साहिब सिंह जी बेदी ऊना साहिब वालियां ने राज तिलक दिता। तो गुरु ग्रंथ साहब महाराज की बाणी का सहज पाठ होया, भोग पै अरदास करन तो बाद फिर गुरु साहब की हजूरी च राज तिलक दिता गया। ये लाहौर शहर जिहड़ा है रामचंद्र के पुत्र लव ने अपने नां के उत्ते वसाउणा कीता। छोटे ने कुशू ने की कीता बई अपने नां के उत्ते कसूर नां का शहर बद्धा। दोवें भरा अपना वाक राज भाग करते रहे आखिर इन्हां दी आपस में तकरारबाजी होंदी रही। ये ना आख्या करो कि मेरा भरा मेरे नाल लड़दा चार मरलियां पिछे। इत्थे ते लव कुछ भी लड़ते रहे। रामचंद्र मर्यादा पुरुषोत्तम सन भगवान श्री रामचंद्र, उहदे पुत्र भी लड़ते रहे आपस में। इत्थे कैरों पांडव भी लड़ते रहे, इत्थे अवतार भी लड़ते रहे। इत्थे गुरु अर्जन देव महाराज तो नहीं लड़े, पर बाबे पृथ्वी चंद ने कोई कसर नहीं छड्डी है। ये दुनिया की रीत चली आउंदी, जिथे दो भांडे हुंदे ने ठहकदे हुंदे है। लव कुछ आपस च लड़ते झगड़ते रहे, पीढ़ी दर पीढ़ी चलती गई तो त्रेते का समा जिहड़ा वो बतीत हुंदा गया। द्वापर युग का पक्ष लगा। इन्हां पीढ़ियां चलदियां चलदियां जदों ये आपस में लड़ रहे सन तां कलगीधर पातशाह लिखते ने, लवी सब हारे कुशी सब जीते। कुशू दे खानदान के उत्तराधिकारी जिहड़े वो लड़ाई चो जित गए तो लव दे हार गए। तो आखिर करदियां करदियां ना गल इत्थे आके निबड़ी। कुशू दे खानदान विचों अमृत राय नां दा एक उत्तराधिकारी होया। उन्हें वेख्या भी सारी जिंदगी राज भाग भोगिया, क्यों ना होवे कि राज दे विच आपां कुछ जोग कमाईए। तुहानूं भी रब ने सरदारी दिती है ना, मरले तो लैके मुरब्बियां दे मालक हो, जायदाद दे मालक हो। बेनती है राज भाग दे विचों प्राम होके रोज़ गुरु नानक दे घर आके संगत च ब्याह करो। कला राज ही ना भोगी जिया करो, कला राज ही ना मंगी जिया करो। राज दे विच जोग दा भी जोग दी दात भी मंगनी। जोग दा मतलब है जुड़ना। तो अमृत राय ने किया भी राज भाग नूं त्याग के ते धार्मिक ग्रंथां दा अध्ययन करन वास्ते कांसी दी धरती चला गया। उत्थे ने वेदां शास्त्रां दा अध्ययन किया। चारे वेद मुखागर पाठ, चारां वेदां दा ज्ञाता बन गया। हुण वेदां दा पाठ करदा, वेदां दे श्लोकां दी कथा करदा। जिवें राह ते चलण वाले नूं राही कहा जांदा है, गुरु ग्रंथ साहब महाराज दी बाणी दा पाठ करन वाले गुरसिख नूं आपां पाठी साहिबान कह दिंदे आ। एवें वेदां दे पाठ करन वाले नूं बेदी कहना शुरू किया लोकां ने। अमृत राय ने जदों वेदां शास्त्रां दा अध्ययन किया, नाल परमात्मा दे नाम का अभ्यास किया, इसकी जुबान में रस पैदा हो गया। ये जदों वेदां शास्त्रां की कथा करदा है तो श्रोता जन जिहड़े नूं मंत्र मुग्ध हो जांदे ने। कला हुंदी है रब दिंदा है ते परमेश्वर दे नाम चों पैदा हुंदी है। अखबारां दे आर्टिकल पढ़िया रस नहीं पैदा हुंदा है, जां टीके टिप्पणियां कीतियां रस नहीं पैदा हुंदा है। मूल मंत्र ते गुर मंत्र का अभ्यास कीतियां रस पैदा हुंदा है। अमृत राय फिर देसां दसंतरां दा रटन करदा, कथा विख्यान करदा। चलदियां चलदियां समा ऐसा आया कि अमृत राय कथा विचार पिया करदा ते उधर लवू दे खानदान विचों मोकल राय नां दा जिहड़ा उत्तराधिकारी सी, जिहदे कोल 20 कु पिंडां दी जायदाद जे बाकी रह गई सी, जिहदा हवाला गुरु गोबिंद सिंह महाराज दिंदे। 20 गांव तिनके रह गए, तिन मैं करत किरसानी पए। लव दे वो पीढ़ी दर पीढ़ी तो अगला उत्तराधिकारी जिहड़ा 20 पिंडां दी जायदाद दी किरसानी करदा सी, सुदागरी करदा सी। इन्हें अज कथा के समागम में आके बैठा, जदों विचारां सुनिया मन दे उत्ते ऐसा असर होया। ये बरागी ते त्यागी हो गया। सारी जायदाद का पट्टा जिहड़ा है
ਅੰਮ੍ਰਿਤ ਰਾਏ ਬੇਦੀ ਦੇ ਅੱਗੇ ਰੱਖ ਕੇ ਤੇ ਸਾਧੂ ਹੋ ਗਿਆ। ਗੰਗਾ ਦੇ ਕਿਨਾਰੇ ਜਾ ਕੇ ਬੈਠ ਕੇ ਪਰਮੇਸ਼ਰ ਦਾ ਨਾਮ ਜਪਣ ਲੱਗ ਪਿਆ। ਅੰਮ੍ਰਿਤ ਰਾਏ ਬੇਦੀ ਨੇ ਜਿਹੜੀ ਜਾਇਦਾਦ ਮਿਲੀ ਸੀ, ਅੰਮ੍ਰਿਤ ਰਾਏ ਬੇਦੀ ਦੇ ਘਰ 3 ਪੁੱਤਰ ਪੈਦਾ ਹੋਏ ਸਨ। ਨੰਬਰ 1 ਤੇ ਸੱਲ, ਨੰਬਰ 2 ਤੇ ਨਰੋਤਮ, ਨੰਬਰ 3 ਤੇ ਅਭੋਜ। ਉਹ 3 ਪੁੱਤਰ ਜਿਹੜੇ ਨੇ ਖੇਤੀਬਾੜੀ ਕਰਦੇ ਰਹੇ ਤੇ ਨਾਲ ਸੁਦਾਗਰੀ ਕਰਦੇ ਰਹੇ। ਸਮਾਂ ਚੱਲਦਾ ਗਿਆ। ਜਿਹੜਾ ਅੰਮ੍ਰਿਤ ਰਾਏ ਬੇਦੀ ਦਾ ਪੁੱਤਰ ਸੀ ਨਾ ਅਭੋਜ ਰਾਏ ਬੇਦੀ, ਉਹਦੇ ਘਰ ਉਹਦਾ ਆਨੰਦ ਕਾਰਜ ਹੋਇਆ। ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਵੀ ਉਹਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਤਾਂ ਉਹਦਾ ਨਾਂ ਰੱਖਿਆ ਗਿਆ ਨਾਥ ਜੀ ਬੇਦੀ। ਨਾਥ ਜੀ ਬੇਦੀ ਜਦੋਂ ਜਵਾਨ ਹੋਏ ਤੇ ਇਹਨਾਂ ਦੇ ਆਨੰਦ ਕਾਰਜ ਹੋਏ। ਸਮਾਂ ਪਾ ਕੇ ਇਹਨਾਂ ਦੇ ਘਰ ਰੱਬ ਨੇ ਪੁੱਤਰ ਦੀ ਦਾਤ ਦਿੱਤੀ। ਉਸ ਪੁੱਤਰ ਦਾ ਨਾਂ ਰੱਖਿਆ ਗਿਆ ਸ਼ੰਭੂ ਜੀ ਬੇਦੀ। ਹੁਣ ਸ਼ੰਭੂ ਜੀ ਬੇਦੀ ਜਦੋਂ ਬਚਪਨ ਤੋਂ ਜਵਾਨ ਅਵਸਥਾ 'ਚ ਆਏ, ਮਾਪਿਆਂ ਵਿਆਹ ਕੀਤਾ। ਸਮਾਂ ਪਾ ਕੇ ਇਹਦੇ ਘਰ ਪੁੱਤਰ ਪੈਦਾ ਹੋਇਆ, ਉਹਦਾ ਨਾਂ ਰੱਖਿਆ ਗਿਆ। ਤੀਜੇ ਦੀ ਵਾਰੀ ਜਦੋਂ ਆਈ, ਉਹਦਾ ਨਾਂ ਰੱਖਿਆ ਗਿਆ ਪ੍ਰਜਾਪਤ ਬੇਦੀ। ਹੁਣ ਪ੍ਰਜਾਪਤ ਬੇਦੀ ਬਚਪਨ ਤੋਂ ਜਵਾਨ ਹੋਇਆ, ਆਨੰਦ ਕਾਰਜ ਹੋਏ, ਗ੍ਰਸਤੀ ਸਮਾਂ ਬਤੀਤ ਹੋਇਆ ਤੇ ਸਮਾਂ ਪਾ ਕੇ ਦੇ ਘਰ ਰੱਬ ਨੇ ਭਾਗ ਲਾਏ, ਪੁੱਤਰ ਪੈਦਾ ਹੋਇਆ। ਉਸ ਪੁੱਤਰ ਦਾ ਨਾਂ ਰੱਖਿਆ ਗਿਆ ਨਾਰਾਇਣ ਬੇਦੀ। ਫਿਰ ਨਾਰਾਇਣ ਬੇਦੀ ਜਦੋਂ ਜਵਾਨ ਹੋਇਆ, ਆਨੰਦ ਕਾਰਜ ਹੋਏ ਤੇ ਇਹਦੇ ਘਰ ਵੀ ਪ੍ਰਮਾਤਮਾ ਨੇ ਔਲਾਦ ਦੀ ਦਾਤ ਦਿੱਤੀ, ਪੁੱਤਰ ਪੈਦਾ ਹੋਇਆ। ਉਸ ਪੁੱਤਰ ਦਾ ਨਾਂ ਰੱਖਿਆ ਗਿਆ ਸੰਨਪਾਤ ਬੇਦੀ। ਸੰਨਪਾਤ ਬੇਦੀ ਬਚਪਨ ਤੋਂ ਜਵਾਨ ਹੋਇਆ, ਆਨੰਦ ਕਾਰਜ ਹੋਏ, ਗ੍ਰਸਤੀ ਜੀਵਨ ਦਾ ਕੁਝ ਸਮਾਂ ਗੁਜ਼ਰਿਆ ਤੇ ਰੱਬ ਨੇ ਫਿਰ ਭਾਗ ਲਾਏ ਤੇ ਇਹਦੇ ਘਰ ਪੁੱਤਰ ਪੈਦਾ ਹੋਇਆ, ਉਹਦਾ ਨਾਂ ਰੱਖਿਆ ਗਿਆ ਰਾਮ ਨਰਾਇਣ ਬੇਦੀ। ਹੁਣ ਵਾਰੀ ਆਈ ਰਾਮ ਨਰਾਇਣ ਬੇਦੀ ਬਚਪਨ ਤੋਂ ਜਵਾਨ ਹੋਇਆ, ਆਨੰਦ ਕਾਰਜ ਹੋਏ, ਸਮਾਂ ਪਾ ਕੇ ਰੱਬ ਨੇ ਫਿਰ ਔਲਾਦ ਦੀ ਦਾਤ ਦਿੱਤੀ, ਘਰ ਪੁੱਤਰ ਪੈਦਾ ਹੋਇਆ। ਉਸ ਪੁੱਤਰ ਦਾ ਨਾਂ ਰੱਖਿਆ ਗਿਆ ਸ਼ਿਵ ਰਾਮ ਬੇਦੀ। ਇਹ 7 ਪੀੜ੍ਹੀਆਂ ਇੱਕ ਪਿਓ ਦੇ ਘਰ ਇੱਕੋ ਪੁੱਤਰ ਪੈਦਾ ਹੁੰਦਾ ਚੱਲਦਾ ਆਈ, ਲੜੀ ਚੱਲਦੀ ਆਈ। ਇੱਕ ਦਾ ਇੱਕ ਪੁੱਤਰ ਪੈਦਾ ਹੁੰਦਾ ਆ। ਹੁਣ ਸ਼ਿਵ ਰਾਮ ਬੇਦੀ ਜਦੋਂ ਜਵਾਨ ਹੋਇਆ, ਇਹ ਆਪਣੇ ਪਿਓ ਦੇ ਨਾਲ ਨਾਲੇ ਤਾਂ ਸੁਦਾਗਰੀ ਕਰਦਾ, ਨਾਲੇ ਖੇਤੀਬਾੜੀ ਕਰਦਾ। ਤੇ ਗੱਲ ਜ਼ਾਹਰ ਆ, ਜਿਹੜਾ ਬੰਦਾ ਜ਼ਮੀਨ ਨਾਲ ਮੋਹ ਮੁਹੱਬਤ ਰੱਖਦਾ ਉਹਨੂੰ ਜ਼ਮੀਨ ਦਾ ਪਤਾ ਹੁੰਦਾ। ਸ਼ਿਵ ਰਾਮ ਬੇਦੀ ਨੂੰ ਮਰਲੇ ਤੋਂ ਲੈ ਕੇ ਮੁਰੱਬੇ ਦੀ ਜਿਹੜੀ ਮੁਰੱਬਾਬੰਦੀ ਆ ਜਾਂ ਖੇਵਟਾਂ ਦਾ ਗਿਆਨ, ਇਹਨੂੰ ਮੋਟਾ ਇਲਮ ਸੀ। ਇੱਕ ਨੰਬਰ ਜਾਣਦਾ ਸੀ, ਮਰਲਾ ਜ਼ਮੀਨ ਜਾਣਦਾ ਸੀ ਇਹ। ਤਾਂ ਸ਼ਿਵ ਰਾਮ ਬੇਦੀ ਜਿਹੜਾ ਨਾਲੇ ਕਿਰਸਾਨੀ ਕਰਦਾ ਨਾਲੇ ਸੁਦਾਗਰੀ ਕਰਦਾ, ਜਦੋਂ ਇਹ ਜਵਾਨ ਹੋਇਆ ਤੇ ਮਾਪਿਆਂ ਨੇ ਬੜੇ ਚਾਈਂ ਦਾ ਵਿਆਹ ਕੀਤਾ। ਸੁੱਖਾਂ ਸੁੱਖੇ ਮਾਵੜੀ ਪੁੱਤ ਨੂੰਹ ਦਾ ਮੇਲ ਅਲੋਈ। ਜਦੋਂ ਸ਼ਿਵ ਰਾਮ ਬੇਦੀ ਭਰ ਜਵਾਨ ਹੋਇਆ ਤਾਂ ਇਹਦਾ ਰਿਸ਼ਤਾ ਹੋਇਆ, ਇਹਦਾ ਤਾਂ ਇਹਦੀ ਕੁੜਮਾਈ ਹੋਈ ਤਾਂ ਉਸ ਵੇਲੇ ਫਿਰ ਇਹਦਾ ਰਿਸ਼ਤਾ ਜਿਹੜਾ ਸਾਡੀ ਸਤਿਕਾਰਯੋਗ ਮਾਤਾ ਬਨਾਰਸੀ ਜੀ ਦੇ ਨਾਲ ਹੋਇਆ। ਜਦੋਂ ਮਾਤਾ ਬਨਾਰਸੀ ਵਿਆਹੀ ਹੋਈ, ਸ਼ਿਵ ਰਾਮ ਬੇਦੀ ਦੇ ਘਰ ਆਈ ਨਾ, ਤੇ ਮਾਈਆਂ ਨੇ ਉੱਤਰੋਂ ਪਾਣੀ ਵਾਰ ਕੇ ਪੀਤਾ, ਉੱਪਰੋਂ ਪਾਣੀ ਵਾਰੀਆ ਝੱਲੇ ਝਿਮਕਣ ਪਾਸ। ਬੜੇ ਸਗਨ ਸਵਾਰਥ ਕੀਤੇ। ਤਾਂ ਜਦੋਂ ਇਹਨੂੰ ਵੱਡਿਆਂ ਤੋਂ ਪਤਾ ਲੱਗਾ ਕਿ ਮੇਰੇ ਸੁਹਾਗ ਭਾਗ ਦੇ ਜਿਹੜੇ ਪਿਛਲੀਆਂ 7 ਪੀੜ੍ਹੀਆਂ ਨੇ, ਉਹ ਇੱਕ ਦੇ ਘਰ ਇੱਕੋ ਹੀ ਪੁੱਤਰ ਪੈਦਾ ਹੁੰਦਾ ਆਇਆ, ਤਾਂ ਇਹ ਨੇਕ ਖਾਨਦਾਨ ਦੀ ਧੀ ਸੀ। ਘਰ ਕੀ ਗਈ ਹਨ ਚੰਗੀ, ਬੜੀ ਭਗਤੀ ਵਾਲੀ ਸੀ, ਬੰਦਗੀ ਵਾਲੀ ਸੀ, ਨਿਮਰਤਾ ਵਾਲੀ ਸੀ। ਇਹਦੇ ਵਿੱਚ ਸ਼੍ਰੋਮਣੀ ਤੋਂ ਸ਼੍ਰੋਮਣੀ ਗੁਣ ਇਹ ਸੀ ਕਿ ਇਹ ਮਨੁੱਖ ਜਾਤੀ ਵਿੱਚ ਕਦੇ ਕਿਸੇ ਨਾਲ ਫਰਕ ਨਹੀਂ ਸੀ ਰੱਖਦੀ ਹੈ। ਸਭ ਮੈਂ ਜੋਤ ਜੋਤਕ ਹੈ ਸੋਏ, ਕਿਸੇ ਨਾਲ ਤੇਰ ਮੇਰ ਨਹੀਂ ਸੀ ਕਰਦੀ ਹੈ। ਸਾਰਿਆਂ ਨੂੰ ਰੱਬ ਰੂਪ ਕਰਕੇ ਜਾਣਦੀ ਸੀ ਤੇ ਇਹਦਾ ਮਨ ਜਿਹੜਾ ਪਾਕ ਪਵਿੱਤਰ ਸੀ, ਜਿਹੜੀ ਗੱਲ ਜ਼ੁਬਾਨ ਚੋਂ ਕਹਿੰਦੀ ਸੀ ਉਹ ਪੂਰੀ ਹੋ ਜਾਂਦੀ ਸੀ। ਪ੍ਰਭ ਜੀ ਬਸਾ ਸਾਧ ਕੀ ਰਸਨਾ।
ਤਾਂ ਮਾਤਾ ਬਨਾਰਸੀ ਨੇ ਆਪਣਾ ਗ੍ਰਸਤੀ ਜੀਵਨ ਬਤੀਤ ਕਰਦਿਆਂ ਅਰਦਾਸ ਕੀਤੀ, ਹੈ ਅਕਾਲ ਪੁਰਖ, ਮੇਰੇ ਸੁਹਾਗ ਭਾਗ ਦੇ ਪਿਛਲੇ 7 ਪੀੜ੍ਹੀਆਂ ਵਿੱਚ ਇੱਕ ਦੇ ਘਰ ਇੱਕ ਜਨਮਦਾ ਰਿਹਾ, ਤੇ ਮੈਂ ਚਾਹੁੰਦੀ ਹਾਂ ਹੁਣ ਮੈਂ ਇਸ ਖਾਨਦਾਨ ਵਿੱਚ ਆਈ ਹਾਂ। ਵਾਹਿਗੁਰੂ, ਹੈ ਅਕਾਲ ਪੁਰਖ ਵਾਹਿਗੁਰੂ, ਕਿਰਪਾ ਕਰਨੀ ਕਿ ਜੇ ਹੁਣ ਤੂੰ ਮੈਨੂੰ ਔਲਾਦ ਦੇਣੀ ਤੇ ਅੱਗੋਂ ਕਿਰਪਾ ਕਰਨੀ ਮੈਨੂੰ 2 ਜਾਂ 4 ਪੁੱਤਰ ਦੇਣੇ, 2 ਜਾਂ 4 ਪੁੱਤਰ ਦੇਣੇ। ਇਹ ਜਿਹੜੀ ਇੱਕ ਤੋਂ ਇੱਕ ਦੀ ਚੱਲਦੀ ਆ ਰਹੀ ਲੜੀ ਹੈ, ਹੁਣ ਪ੍ਰਪਾਟੀ ਖਤਮ ਕਰ ਦੇ ਵਾਹਿਗੁਰੂ। ਤਾਂ ਉਹ ਗ੍ਰਸਤੀ ਜੀਵਨ ਬਤੀਤ ਹੁੰਦਾ ਗਿਆ। ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਮਾਤਾ ਬਨਾਰਸੀ ਦੀ ਕੁੱਖੋਂ ਜੇਠੇ ਪੁੱਤਰ ਨੇ ਜਨਮ ਲਿਆ, ਤਾਂ ਉਹਦਾ ਨਾਂ ਰੱਖਿਆ ਗਿਆ ਕਲਿਆਣ ਚੰਦ ਬੇਦੀ। ਥੋੜਾ ਸਮਾਂ ਗੁਜ਼ਰਿਆ ਤੇ ਫਿਰ ਦੂਜੇ ਪੁੱਤਰ ਨੇ ਜਨਮ ਲਿਆ, ਉਹਦਾ ਨਾਂ ਰੱਖਿਆ ਗਿਆ ਲਾਲ ਚੰਦ ਬੇਦੀ। ਬਹੁਤ ਸਾਰੇ ਸੱਜਣ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਦਾ ਨਾਂ ਅੱਧਾ ਲੈਂਦੇ ਆ, ਮਹਿਤਾ ਕਾਲੂ ਕਹਿ ਦਿੰਦੇ ਨੇ, ਚਾਚਾ ਲਾਲੂ ਕਹਿ ਦਿੰਦੇ ਨੇ, ਘੋਰ ਨਰਾਦਰ ਆ। ਗੁਰਬਾਣੀ ਦੀ ਅਵੱਗਿਆ 310 ਅੰਗ ਦੇ ਉੱਤੇ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਦੱਸਦੇ ਆ, ਕੀ ਆਂਦੇ ਆ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਗੁਰੂ ਰਾਮਦਾਸ ਮਹਾਰਾਜ ਆਂਦੇ ਆ 10 ਪਾਤਸ਼ਾਹੀਆਂ, ਇਹਨਾਂ ਨੂੰ ਆਪਣੇ ਵਰਗਾ ਨਹੀਂ ਜਾਣਨਾ ਹੈ। ਮਾਨੁਖ ਕਾ ਕਰ ਰੂਪ ਨਾ ਜਾਣ, ਇਹ ਤਾਂ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। 10 ਪਾਤਸ਼ਾਹੀਆਂ ਦੇ ਪਿਤਾ ਮਾਪੇ ਬੱਚੇ, ਭਾਵੇਂ ਉਹਨਾਂ ਨੇ ਆਪਣੇ ਜੀਵਨ ਕਾਲ ਅੰਦਰ ਕੋਈ ਵੀ ਅਵੱਗਿਆ ਕੀਤੀ, ਜਿਵੇਂ ਬਾਬਾ ਪ੍ਰਿਥੀ ਚੰਦ ਨੇ, ਬਾਬਾ ਮਹਾਂਦੇਵ ਜੀ ਵੀ ਬਾਗੀ ਰਹੇ, ਜਿਵੇਂ ਰਾਮ ਰਾਏ, ਜਿਵੇਂ ਧੀਰਮਲ, ਪਰ ਹੈਣ ਤੇ ਗੁਰੂ ਦੀ ਅੰਸ਼ ਬੰਸ ਨੇ ਨਾ। ਸਾਡੇ ਨਾਲੋਂ ਉਹਨਾਂ ਦੇ ਕੋਲ ਵੱਡਾ ਰੁਤਬਾ, ਗੁਰੂ ਦੇ ਘਰ ਪੈਦਾ ਹੋਏ। ਸਾਡਾ ਤਾਂ ਸੁਭਾਅ ਆ ਕਿ ਸਾਡੇ ਨਾਲੋਂ ਕੋਈ ਉਮਰ 'ਚ ਵੱਡਾ ਹੋਵੇ ਨਾ, ਕਿਸ ਵੀ ਜਾਤ ਬਰਾਦਰੀ ਦਾ ਹੋਵੇ, ਨੂੰ ਇਹ ਥੋੜ੍ਹਾ ਉਹਦਾ ਨਾਂ ਲੈ ਕੇ ਆਵਾਜ਼ ਮਾਰਾਂਗੇ, ਉਹਨੂੰ ਕਵਾਂਗੇ ਸਤਿਕਾਰਯੋਗ ਚਾਚਾ ਜੀ, ਤਾਇਆ ਜੀ, ਬਜ਼ੁਰਗੋ ਕਹਿ ਕੇ ਬੋਲਨੇ ਆ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਦਾ ਜਿਹੜਾ ਨਾਂ ਆ, ਬੜੇ ਅਦਬ ਸਤਿਕਾਰ ਨਾਲ ਲੈਣਾ। ਕੀ ਕਹਿਣਾ ਆ, ਮਹਿਤਾ ਕਲਿਆਣ ਚੰਦ ਬੇਦੀ ਸਾਹਿਬ। ਇਹ ਮਹਿਤਾ ਸ਼ਬਦ ਗੁਰਬਾਣੀ ਦਾ, ਆਸਾ ਕੀ ਵਾਰ 'ਚ ਪਾਠ ਆਇਆ, ਲਬ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ। ਫਾਰਸੀ ਜ਼ੁਬਾਨ ਦੇ ਵਿੱਚ ਮਹਿਤਾ ਆਖਦੇ ਨੇ ਪਟਵਾਰੀ ਨੂੰ। ਤੇ ਕਬੀਰ ਸਾਹਿਬ ਨੇ ਇੱਕ ਹੋਰ ਦਰਜ ਕੀਤਾ, ਬਚਨ ਕੀਤਾ। ਕਬੀਰ ਸਾਹਿਬ ਆਂਦੇ ਆ, ਘੜੀ ਘਰੀ ਘਰੀ ਕਾ ਲੇਖਾ ਮੰਗੈ ਕਾਇਥ ਚੇਤੂ ਨਾਉ। ਕਾਇਥ ਦਾ ਅਰਥ ਵੀ ਲਿਖਣ ਵਾਲਾ ਮੁਨਸ਼ੀ ਜਾਂ ਪਟਵਾਰੀ ਹੁੰਦਾ। ਕਾਇਥ ਚੇਤੂ ਨਾਉ, ਚੇਤੂ ਕਹੀਏ ਚਿੱਤਰ ਤੇ ਗੁਪਤ ਸ਼ਬਦ ਮਹਾਰਾਜ ਨੇ ਲਿਖਿਆ ਨਹੀਂ ਕਬੀਰ ਸਾਹਿਬ ਨੇ, ਕਿ ਜਿਹੜਾ ਪਰਮੇਸ਼ਰ ਨੇ ਧਰਮਰਾਜ ਨੇ ਜਿਹੜਾ ਮੁਨਸ਼ੀ ਲਾਇਆ ਨਾ, ਜਿਹੜੇ ਚਿੱਤਰ ਤੇ ਗੁਪਤ 2 ਮੁਨਸ਼ੀ ਲਾਏ ਆ, ਚਿੱਤਰ ਗੁਪਤ ਲੇਖੀਆ, ਉਹ ਦੋਵੇਂ ਜਿਹੜੇ ਨੇ ਕਾਇਥ ਕਹੀਏ ਪਟਵਾਰੀ ਨੇ, ਉਹ ਮੋਹਤਬਰ ਬੰਦੇ ਨੇ, ਸਾਰਿਆਂ ਦਾ ਹਿਸਾਬ ਕਿਤਾਬ ਲਿਖਦੇ ਆ। ਕਿਤੇ ਕਾਇਥ ਪਾਠ ਆਇਆ, ਕਿਤੇ ਮਹਿਤਾ ਪਾਠ ਆਇਆ। ਤੋ ਮਾਤਾ ਬਨਾਰਸੀ ਦੀ ਕੁੱਖੋਂ 2 ਬੱਚਿਆਂ ਨੇ ਜਨਮ ਲਿਆ। ਵੱਡੇ ਦਾ ਨਾਂ ਕਲਿਆਣ ਚੰਦ ਬੇਦੀ, ਛੋਟੇ ਦਾ ਨਾਂ ਲਾਲ ਚੰਦ ਬੇਦੀ। ਇਹ 2 ਬੱਚਿਆਂ ਨੂੰ ਜਨਮ ਦੇ ਕੇ ਮਾਤਾ ਬਨਾਰਸੀ ਪਾਲਦੀ ਪਈ ਹੈ ਬੱਚਿਆਂ ਨੂੰ। ਤੇ ਸ਼ਿਵ ਰਾਮ ਬੇਦੀ ਜਿਹੜਾ ਗੋਡੇ ਨਗਰ ਵਿੱਚ ਰਹਿੰਦਾ ਹੋਇਆ, ਆਪਣੇ ਵੱਡਿਆਂ ਵਡੇਰਿਆਂ ਦੀ ਮਿਲੀ ਹੋਈ ਜਾਇਦਾਦ ਦੇ ਉੱਤੇ 3 ਮੈਂ ਕਰਤ ਕਿਰਸਾਨੀ ਭਏ ਕਿਰਤ ਵਿਰਤ ਕਰਕੇ ਜੀਵਨ ਬਸਰ ਕਰਦਾ। ਤਾਂ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਜਿਹੜਾ ਉਹ ਬਹਿਲੋਲ ਲੋਧੀ ਹੈ। ਬਹਿਲੋਲ ਲੋਧੀ ਦੇ ਘਰ ਪੁੱਤਰ ਪੈਦਾ ਹੋ ਚੁੱਕਾ, ਉਹਦਾ ਨਾਂ ਉਹਨੇ ਬੜੇ ਚਾਅ ਦੇ ਨਾਲ ਰੱਖਿਆ ਸਿਕੰਦਰ ਲੋਧੀ। ਚੇਤਾ ਰੱਖਿਓ, ਜਿਸ ਵੀ ਰਾਜੇ ਦੇ ਨਾਂ ਨਾਲ ਪਿੱਛੇ 2 ਅੱਖਰ ਲੱਗਣ ਨਾ, ਉਹ ਬੜਾ ਮੁਤਸ਼ਬੀ ਹੁੰਦਾ, ਬੜਾ ਜ਼ਾਲਮ ਹੁੰਦਾ, ਉਹਨੂੰ ਉਹ ਨਿਰਦਈ ਹਾਕਮ ਹੁੰਦਾ। ਚਾਹੇ ਲੋਧੀ ਹੋਣ ਤੇ ਚਾਹੇ ਗਾਂਧੀ ਹੋਣ ਤੇ ਚਾਹੇ ਮੋਦੀ ਹੋਣ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਨੇ ਕਦੇ ਖੈਰ ਨਹੀਂ ਗੁਜ਼ਾਰੀ।
वो बहलोल लोधी के घर पुत्र पैदा होया सिकंदर लोधी, ਉਹਦਾ भी खानदान चलता पिया। तो सिकंदर बहलोल लोधी ने दिल्ली के ताओ से तखत तो शाही ऐलान किया। जदों भी किसी तखत तो शाही ऐलान हुंदा है वो आ घट गिणतियां वास्ते फाही का फंदा हुंदा है। ते ऐस तखत तो रोज़ फरमान हुंदा है, फरमान तेरा सिरै उपर फिर ना करत विचार। ते महाराज कहंदे सही तेरा फरमान किने ना फेरी है। गुरु जदों करदा फरमान करदा है ते सारियां दे भले वास्ते हुंदा है। नानक नाम चढ़दी कला तेरे भाणे सरबत दा भला। राजियां महाराजियां दे तख्तां तो ऐलान हुंदे ने, वो ऐलान घट गिणतियां दे गले विच फाही दा काम करदे। शकम बहलोल लोधी ने एक ऐलान किया भी जिहड़ा बंदा अपने आप अपना धर्म छड्ड के मेरे इस्लाम मत विच आएगा उन्होंने मूँह मंगिया इनाम दिता जाएगा, जगीरां दित्तियां जाणगियां, उन्होंने रुतबे दिते जाणगे। तां लाहौर दे लागे भट्टियां दी पिंडी नां दा एक पिंड आ। अज भी इक्को एक गोद दे कल्ले कल्ले पिंड जिहड़े ने वो बज्झे बैठे आ। तुहाडे लागे राजपुरा मसाणी पिंड आ, सारे शेरगिल बैठे आ। कईयां पिंडां दे विच काले की गोद दे सारे जिमींदार बैठे आ। मेरा पिंड आ, सारे बजुर्ग विरक खानदान दे बंदे बैठे आ, सारा पिंड विरकां दा। इवें भट्टियां दी पिंडी नां दा पिंड आ लाहौर दे लागे। ये भट्टियां दी पिंडी दे विच भट्टी राजपूत रहिंदे ने। वो भट्टी राजपूत सारे कबीले खानदान विचों एक भट्टियां दा नौजवान मुंडा है, बड़ा सोहना सुनखा, गज पर चौड़ी छाती, 6 फुटा जवान आ। इहदा नाम मापियां ने रखिया भट्टी राजपूत भोए। इहदे कन्नी खबर पई कि दिल्ली दे तखत तो ऐलान होया जिहड़ा इस्लाम मत धारण करेगा उन्होंने राज भाग मिलेगा, उन्होंने इलाके का चौधरी बना दिता जाएगा, जगीर मिलेगी, इनाम मिलेगा ते रुतबा मिलेगा। तो एक पक्ष वेखीए तो गल माड़ी है, खत्रियां तो धर्म छोड़िया मलेश भाखिया गई। पर जे इतिहास का पन्ना वेखीए तो बड़ी वड्डी बख्शिश भी है परमेश्वर की। इन्हें अपना धर्म त्याग के, राजपूताना धर्म त्याग के ते इन्हें इस्लाम मत धारण कर लिया। इस्लाम मत जो धारण किया तो इनू इनाम दे विच 10 पिंडां दी जगीर मिली है, 10 पिंडां दी जायदाद। तो उस परगणे का नाम रखिया सकरपुर परगना। एक इनू घोड़ी मिली है बड़ी सोहनी, जिदे गिठ गिठ चौड़े सुम ने, जिदी गमची जिहड़ी मुट्ठी भारिया, जिदा मणका आला दर्जे का, ते जिदा सारा पुट्ठा बड़ा तंग आ, बड़ी सोहनी नस्ल की घोड़ी। चढ़न वास्ते घोड़ी मिली है, सिर ते बन्नण वास्ते एक पग मिली है, गल पाउण वाली एक शाही खिलत मिली है, ते गल विच पाउण वाली एक सुच्चे मोतियां दी माला मिली है। सोने दियां मोहरां भी मिलियां ने, पशमीने का एक शॉल मिलिया इहदे गल पाउण लई। तां इहनूं राए की उपाधि मिली है। उन्हां दिनां विच राए की उपाधि ते राए बहादुर की उपाधि दित्ती जांदी सी। हुण इहदा मापियां नां रखिया सी भट्टी राजपूत भोए। भट्टी इहदी गोत सी, राजपूताना इहदी अपनी बरादरी पिछोकड़ खानदान, ते भोए इहदा मापियां ने नां रखिया सी। हुण जदों इहने धर्म तब्दील कर लिया, इहनूं राए की उपाधि मिल गई, चौधरी बन गया 10 पिंडां की जगीर दा। हुण भट्टी शब्द भी कटिया गया ते राजपूत इहदा खानदान भी इहने लकब छड्ड दिता, मुसलमान जी हो गया। हुण इहदे नां दे नाल भोए दे नाल राए की उपाधि लग गई ते नां रह गया राए भोए। भट्टी राजपूत दोवें अखर कट्टे गए। जदों इनू 10 पिंडां की जगीर मिली, सारा शाही ठाठ बाठ वाला साजो समान मिलिया। हुण 10 पिंडां की जगीर दे विच बड़ा चाई रजिया। आंदा भी हुण आपां दीनों बेदीन ते होए आ, क्यों ना होवे कि हुण अपने नां दे उत्ते एक पिंड वसाईए जिहड़ा दुनिया च नां रवे अपना। तो 10 पिंडां की जगीर लाहौर तो
लहिंदे पासे 20 मील की दूरी उत्ते सकरपुर परगना ते 10 पिंडां की जगीर दे ऐन विचकार लिया के ने अपने नां दे उत्ते एक पिंड वसाया। उस पिंड का नां आ राए भोए की तलवंडी। राए भोए की तलवंडी अपने नां दे उत्ते पिंड बद्दा, अपनी इनाम विच मिली हुई जगीर करके। तां जदों पिंड का नाम रख दिता फिर सोचदा भी हुण पिंड दे विच कोई हुनरमंद बंदे होण ते तां ही पिंड घुग वसेगा ना। तो सब तो पहला इन्हें घोड़ी ते चढ़ के इलाके दे जिन्ने जिमीदार सुन उन्होंने इकत्र किया। कहन लगे भी 10 पिंडां दी जगीर है, सारी मेरे तो वाही नहीं जानी। आओ तुसी आओ, सारे जिमीदार आओ, जेड़ा बंदा जिन्नी जमीन वाह सकदा बीज सकदा उन्नी जमीन उन्होंने मैं मामले ते देंगा। जिमीदार इकट्ठे होकर राए भोए की तलवंडी आ बैठे। वारों वारी आके जिमीदारां नूं पुछया भी सरदार जी दसो तुसीं किन्ने भरा हो? जी असीं 4 भरा वां। साढ़े 4 दे घर 2-2 3-3 पुत्तर ने। असीं घर दे 10 मैंबर हाँ, 2-4 नौकर रखे ने। साडियां घर दियां माइयां भी अद्धा काम साडे नाल कराउंदियां। ते राए भोए पुछदा भी जे तुहानूं जमीन दईए मामले ते वाउण लई किन्नी जमीन सांभ लोगे? पहिलिਆਂ ने आख्या जी असीं 100 किला जमीन भोए सांभ लांगे, 100 किला भोए बीज लांगे वाह लांगे, ते जिहड़ा मामला बनिया असीं बाद दस्तूर तुहानूं 6 महीने तारिया करांगे। ठीक आ, 100 किला जमीन तुहानूं जिहड़ी ओह दित्ती जाएगी। इस तरह एक एक करके 10 पिंडां दी जगीर जिहड़ी आ ओह जिहड़े जिमीदार किसान सन उन्होंने मामले ते देती। हुण जिमीदार तो सारे आ गए तो राए भोए कहन लगा भी इन्हां परिवारां नूं घर बना के देने ने। फिर राजगीर सद्दे इलाके विचों राजगीरां नूं हुकम किया कि गृहस्थियां वास्ते घर बनाओ। घर बन लग गए। कहन लगे भी इस नगर विच गृहस्थियां ने रहना, इन्हां ढिले मट्ठे भी होना। इत्थे फिर एक वैद बुलाम दिता गया। वो एक एक हुनरमंद बंदा लिया के राए भोए की तलवंडी दे विच वसाया। इत्थों तक कि जिहड़े सोने का काम करने वाले सन वो भी लियाते। जदों सारा नगर घुग वसन लगा तो फिर राए भोए ये सोचदा भी 10 पिंडां दी जगीर मैं वंड के ते देती जिमीदारां नूं, हुण सारी दा मामला कौन उगराएगा? क्यों ना होवे कि सारी जगीर दा एक कारगार लाया जाए, ते कारगार उसे नूं लाया जाए जिन्हों जमीन का ज्ञान होवे। तो फिर पुछ पड़ताल करदियां करदियां गोडे नगर विच रहन वाले शिवराम बेदी, जिहदे घर 2 पुत्र पैदा होए सन, मेहता कल्याण चंद बेदी ते लाल चंद बेदी, जिहदी घर वाली साडी माता माता बनारसी जी, ओहदी दस पई। ते गोडे नगर जाके राए भोए ने फिर इनू बेनती की कि तुसी मेरे नगर आओ, मेरी 10 पिंडां दी जगीर दे कारदार लगो, सारियां तो मामला कराओ, जिन्नी जमीन तुसी वाओगे बीजोगे तुहाडे तो कोई मामला नहीं लिया जाएगा। तो शिवराम बेदी फिर गोडे नगर चो चल के राए भोए की तलवंडी च आके वसेबा किया। इधर हुण कल्याण चंद बेदी बचपन विचों जवान हुंदे गए, ते उधर राए भोए का आनंद कारज होया सी। राए भोए के घर पुत्र पैदा सी राए बुलार, ਇਹਦੇ घर भी पुत्र पैदा हो गया जिहड़ा इलाके का चौधरी 10 पिंडां की जगीर का मालक आ। ते दूजा हिंदुस्तान के बादशाह बहलोल लोधी के घर पुत्र पैदा होया सिकंदर लोधी। ते इधर 10 पिंडां की जगीर का जिहड़ा कारदार आ शिवराम बेदी, उहदे घर पुत्र पैदा होया कल्याण चंद बेदी। ये तिन्ने पीढ़ियां के वारस जिहड़े ने हाणो हाणी जवान हुंदे गए। कल्याण चंद बेदी जदों भर जवान होया तो शिवराम बेदी ने माता बनारसी ने अपने पुत्र का चाई चाई विआह किया। लाड़ा एक विआही है बाहले जांजी कर मेहमाना। तो जदों कल्याण चंद बेदी का आनंद कारज होया तो साडी अति सत्कारयोग पूज्य माता धन धन सो जननी जिन गुरु जनिया माए, सत्कारयोग माता तृप्ता जियां दे नाल आनंद कारज होए। तो मेहता कल्याण चंद बेदी जदों विआह के लियाए ना माता तृप्ता नूं, ते उपरों पानी वारिया झल्ले चिमकण पास बड़े सगन स्वार्थ कीते।
ਤੇ ਗ੍ਰਸਤੀ ਜੀਵਨ ਜਿਹੜਾ ਉਹ ਸ਼ੁਰੂਆਤ ਹੋਈ। ਗ੍ਰਸਤੀ ਜੀਵਨ ਬਤੀਤ ਕਰਦਿਆਂ ਕਰਦਿਆਂ ਦਿਨ ਗੁਜ਼ਰਨ ਲੱਗੇ। ਮਹਾਰਾਜ ਕਹਿੰਦੇ ਆ ਗ੍ਰਸਤੀ ਗ੍ਰਸਤ ਧਰਮਾਤਾ। ਤੁਸੀਂ ਤੇ ਕਮਲਿਓ ਗ੍ਰਸਤੀ ਹੋ ਕੇ ਤੇ ਸਾਧਾਂ ਦੇ ਟੇਟੇ ਚੜੇ ਫਿਰਦੇ ਨਾ, ਡੇਰਿਆਂ 'ਚ ਤੁਰੇ ਫਿਰਦੇ। ਸਾਰੇ ਗ੍ਰਸਤੀ ਘਰ ਮਾਂ ਪਿਓ ਭੁੱਖੇ ਛੱਡ ਕੇ, ਮਈਆਂ ਗਾਈਆਂ ਭੁੱਖੀਆਂ ਪਿਆਸੀਆਂ ਛੱਡ ਕੇ ਲੋਕੀ ਡੇਰਿਆਂ ਨੂੰ ਚੜ੍ਹਨ। ਤੁਹਾਡੀ ਬੇੜੀ ਤਰਜ ਹੈ ਤੁਹਾਡੀ। ਤੁਹਾਨੂੰ ਬਾਣੀ ਆਂਦੀ ਹੈ ਗ੍ਰਸਤੀ ਗ੍ਰਸਤ ਧਰਮਾਤਾ। ਤੁਸੀਂ ਵੱਡੇ ਸਾਧੂ ਹੋ ਪਰ ਤੁਹਾਨੂੰ ਸਮਝ ਨਹੀਂ ਆਈ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਗ੍ਰਸਤੀ ਗ੍ਰਸਤ ਧਰਮਾਤਾ। ਜਿਸ ਬੰਦੇ ਨੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਆਪ ਹਲ ਵਾਹੁਣਾ ਹੈ, ਮਾਲ ਪਸ਼ੂ ਸਾਂਭਣਾ ਹੈ, ਘਰ ਦਾ ਕੰਮਕਾਰ ਕਰਨਾ ਹੈ ਨਾ, ਸੂਰਜ ਉੱਗਣ ਤੋਂ ਪਹਿਲਾਂ ਪਹਿਲਾਂ ਗੁਰੂ ਘਰ ਵੀ ਜਾ ਆਉਣਾ, ਖੇਤ ਵੀ ਗੇੜਾ ਮਾਰ ਆਉਣਾ, ਮਈਆਂ ਨੂੰ ਪੱਠੇ ਪਾ ਕੇ ਪਾਣੀ ਪਿਆ ਕੇ ਮਈਆਂ ਚੋ ਲੈਣੀਆਂ ਤੇ ਗੋਹਾ ਕੂੜਾ ਕਰਕੇ ਤੇ ਬਾਕੀ ਸਾਰੇ ਕੰਮ ਕਰ ਲੈਣੇ ਨੇ। ਸਾਰਾ ਦਿਨ ਫਿਰ ਮਿਹਨਤ ਕਰਨੀ, ਕਿਸੇ ਨੌਕਰੀ ਕਰਨੀ ਹੈ, ਕਿਸੇ ਕਾਰੋਬਾਰ ਕਰਨਾ। ਸਾਰਾ ਦਿਨ ਭੁੱਖੇ ਤੱਸੇ ਰਹਿ ਕੇ ਵੇਲੇ ਕੁ ਵੇਲੇ ਰੋਟੀ ਖਾ ਕੇ ਆਪਣੇ ਮਾਂ ਪਿਓ ਦੀ ਸੰਭਾਲ ਕਰਨੀ ਹੈ, ਬੱਚਿਆਂ ਨੂੰ ਪਾਲਣਾ। ਗੁਰੂ ਅਰਜਨ ਦੇਵ ਮਹਾਰਾਜ ਨੇ ਏਡੂ ਵੱਡਾ ਸਾਧ ਕੌਣ ਆ ਦੁਨੀਆ 'ਚ? ਪਰ ਆਪਾਂ ਨੂੰ ਸਮਝ ਹੀ ਨਹੀਂ ਆਈ ਹੈ। ਆਪਾਂ ਗੁਰਬਾਣੀ ਨੂੰ ਪੜ੍ਹ ਨਹੀਂ ਸਕੇ, ਸਮਝ ਨਹੀਂ ਸਕੇ। ਜਿਹੜੀ ਗੱਲ ਗੁਰਬਾਣੀ ਆਂਦੀ ਹੈ ਮਹਾਰਾਜ ਦੇ ਊਹਾਂ ਤਾਂ ਜਾਈਏ ਜਾਂ ਇਹਾਂ ਨਾ ਹੋਏ। ਕਿਸੇ ਕੋਲ ਰੱਬ ਨੂੰ ਲੱਭਣ ਤਾਂ ਜਾਓ ਜੇ ਤੁਹਾਡੇ ਘਰ ਰੱਬ ਨਾ ਹੋਵੇ। ਤੁਹਾਡੇ ਘਰ ਮਾਂ ਪਿਓ ਰੱਬ ਬੈਠਾ ਹੈ। ਜੇ ਮਾਂ ਪਿਓ ਨੇ ਕੋਈ ਹਿੱਸੇ 'ਚ ਫਰਕ ਕੀਤਾ, ਤੁਹਾਨੂੰ ਰੱਬ ਰੂਪ ਨਹੀਂ ਲੱਗਦੇ, ਤਾਂ ਮਹਾਰਾਜ ਕਹਿਣ ਲੱਗੇ ਤੁਸੀਂ ਆਪੇ ਹੀ ਆਨੇ ਉਹਦੇ ਘਰ ਬੱਚੇ ਨੇ ਰੱਬ ਰੂਪ ਹੁੰਦੇ ਨੇ। ਇਹ ਬੱਚੇ ਰੱਬ ਰੂਪ ਨੇ। ਜੇ ਬੱਚਿਆਂ ਨੂੰ ਵੀ ਕੁੱਟ ਮਾਰ ਲਿਆ ਵੀ ਇਹ ਬੜੇ ਜਿੱਦੀ ਨੇ, ਚੀਜ਼ਾਂ ਮੰਗਦੇ ਆ, ਰੱਬ ਰੂਪ ਨਹੀਂ, ਤੇ ਮਹਾਰਾਜ ਕਹਿੰਦੇ ਆ ਫਿਰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਆਪਣੇ ਘਰ ਵਿੱਚ ਰਹਿਣ ਵਾਲਾ ਤੂੰ ਆਪ ਹੀ ਰੱਬ ਰੂਪ ਆ, ਪਰ ਤੂੰ ਕਦੇ ਅੰਦਰ ਝਾਤ ਹੀ ਨਹੀਂ ਪਾਈ ਕਮਲਿਆ। ਐਵੇਂ ਹੀ ਬਾਹਰ ਤੁਰਿਆ ਫਿਰਨਾ, ਜਿੱਥੋਂ ਤੈਨੂੰ ਅਜੇ ਤੱਕ ਕੱਖ ਨਹੀਂ ਲੱਭਾ, ਤੇਰੇ ਪੱਲੇ ਕੁਛ ਨਹੀਂ ਪਿਆ ਅਜੇ ਤੱਕ। ਨਾ ਮਨ ਸ਼ਾਂਤ ਹੋਇਆ, ਨਾ ਕੋਈ ਆਤਮਾ ਦਾ ਸੁੱਖ ਮਿਲਿਆ, ਨਹੀਂ ਮਿਲਿਆ, ਕੁਛ ਨਹੀਂ ਹੈ। ਭੱਜਾ ਦੌੜੀਏ ਦੁਨੀਆ ਤੁਰੀ ਫਿਰਦੀ ਹੈ। ਮਾਰਨੇ ਗ੍ਰਸਤੀ ਗ੍ਰਸਤ ਧਰਮਾਤਾ। ਗ੍ਰਸਤੀ ਨਾਲੋਂ ਕੋਈ ਵੱਡਾ ਧਰਮਾਤਮਾ ਨਹੀਂ ਜਿਹਨੇ 10 ਨੌਵਾਂ ਦੀ ਕਿਰਤ ਕਮਾਈ ਕਰਕੇ ਰੋਟੀ ਖਾਣੀ। ਤਾਂ ਮਾਤਾ ਤ੍ਰਿਪਤਾ ਜੀ ਦਾ ਗ੍ਰਸਤੀ ਜੀਵਨ ਬਤੀਤ ਹੋਣ ਲੱਗਾ। ਘਰ ਆਉਣ ਵਾਲੇ ਹਰ ਮਹਿਮਾਨ ਦਾ ਬੜਾ ਅਦਬ ਸਤਿਕਾਰ, ਭੁੱਖੇ ਨੂੰ ਰੋਟੀ, ਨੰਗੇ ਨੂੰ ਕੱਪੜਾ ਦੇ ਕੇ ਮਾਤਾ ਤ੍ਰਿਪਤਾ ਜੀ ਨੇ ਘਰੋਂ ਤੋਰਨਾ। ਤੇ ਚੇਤਾ ਰੱਖਿਓ ਜਿੰਨੀ ਜ਼ਮੀਨ ਵਾਹੀ ਹੋਵੇ ਨਾ, ਜਿੰਨੀ ਜ਼ਮੀਨ ਵੱਤਰ ਹੋਵੇ, ਜਿੰਨੀ ਜ਼ਮੀਨ ਸੌਰੀ ਹੋਵੇ, ਓਨੀ ਫਸਲ ਦਾ ਝਾੜ ਵੱਧ ਹੁੰਦਾ, ਚੰਗੀ ਫਸਲ ਟੱਟਦੀ ਹੈ। ਜਿੰਨੀ ਮਾਂ ਨੇਕ ਹੋਵੇਗੀ ਓਨਾ ਹੀ ਉਹਦੇ ਘਰ ਧੀ ਪੁੱਤਰ ਨੇਕ ਪੈਦਾ ਹੋਵੇਗਾ। ਇਹ ਤੁਹਾਨੂੰ ਪਤਾ ਸਾਰਿਆਂ ਨੂੰ। ਆ ਤਾਬਿਆ ਬਹਿਣ ਵਾਲਾ ਕੋਈ ਵਿਰਲੀ ਮਾਂ ਪੁੱਤਰ ਪੈਦਾ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬਹਿਣ ਵਾਲਾ ਕੋਈ ਵਿਰਲੀ ਮਾਂ ਪੁੱਤਰ ਪੈਦਾ ਕਰਦੀ ਹੈ। ਸ਼ਰਾਬ ਦੀ ਮਹਿਫਲ 'ਚ ਬਹਿਣ ਵਾਲੇ ਤੇ ਤੁਸੀਂ ਸਾਰਿਆਂ ਪੈਦਾ ਕੀਤੇ ਨੇ। ਤਾਸ਼ ਦੇ ਅੱਡੇ ਤੇ ਬਹਿਣ ਵਾਲੇ ਤੇ ਸਾਰਿਆਂ ਦੇ ਪੈਦਾ ਹੋ ਗਏ ਨੇ। ਕੌਮ ਦੀ, ਦੇਸ਼ ਦੀ ਸੇਵਾ ਕਰਨ ਵਾਲਾ ਕੋਈ ਵਿਰਲੀ ਸੀਣੀ ਮਾਂ ਪੁੱਤਰ ਪੈਦਾ ਕਰਦੀ ਹੈ, ਕੋਈ ਵਿਰਲਾ। ਤੇ ਜਿੰਨੀ ਜ਼ਮੀਨ ਸਾਫ਼ ਹੋਵੇਗੀ ਓਨੀ ਫਸਲ ਸੋਹਣੀ ਹੋਵੇਗੀ। ਜਿੰਨੀ ਮਾਂ ਨੇਕ ਹੋਵੇਗੀ ਓਨਾ ਪੁੱਤਰ ਜਿਹੜਾ ਸਾਊ ਪੈਦਾ ਹੋਵੇਗਾ, ਓਨੀ ਧੀ ਪੈਦਾ ਸਾਊ ਹੋਏਗੀ। ਮਾਤਾ ਤ੍ਰਿਪਤਾ ਏਡੀ ਨਿਮਰਤਾ ਦੀ ਮੂਰਤ, ਸੰਤੋਖ ਦੀ ਮੂਰਤ, ਰੱਬ ਦੇ ਰੰਗ ਵਿੱਚ ਰੱਤੀ ਹੋਈ, ਦੈਵੀ ਗੁਣ ਕੁੱਟ ਭਰੇ ਹੋਏ ਆ। ਸਮਾਂ ਚੱਲਦਾ ਗਿਆ। 10 ਮਹੀਨਿਆਂ ਦਾ ਸਮਾਂ ਗੁਜ਼ਰਿਆ ਮਾਤਾ ਤ੍ਰਿਪਤਾ ਜੀਆਂ ਦੇ ਗਰਭ ਕਾਲ ਦਾ। ਮਾਂ ਦੀ ਇੱਛਾ ਹੁੰਦੀ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ, ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ। ਜਦੋਂ ਮਾਂ ਗਰਭ ਕਾਲ ਦੇ ਸਮੇਂ ਨੂੰ ਪਾਲਦੀ ਹੈ ਨਾ, 10 ਮਹੀਨਿਆਂ ਦਾ ਸਮਾਂ, ਉਦੋਂ ਮਨ ਵਿੱਚ ਇੱਕੋ ਰੀਝ ਰੱਖਦੀ, ਰੱਬਾ ਮੇਰੇ ਘਰ ਜੇ ਪੁੱਤਰ ਪੈਦਾ ਹੋਵੇ ਤਾਂ ਮੇਰਾ ਇਸ ਘਰ ਦੇ ਵਿੱਚ ਮਾਣ ਸਨਮਾਨ ਹੋਣਾ। ਚੇਤਾ ਰੱਖਿਓ, ਧੀ ਭੈਣ ਕਿੰਨੀ ਮਰਜ਼ੀ ਪੜ੍ਹੀ ਹੋਵੇ, ਕਿੰਨੀ ਸੋਹਣੀ ਸੁਨੱਖੀ ਹੋਵੇ, ਜਵਾਨ ਹੋਵੇ, ਕਿੰਨੀ ਸਾਊ ਹੋਵੇ,
ਕਿੰਨਾ ਪੇਕਿਆਂ ਤੋਂ ਦਾਜ ਲੈ ਕੇ ਆਈ ਹੋਵੇ ਤੇ ਕਿੰਨਾ ਹਰ ਵਾਰੀ ਲੈ ਕੇ ਆਉਣ ਲਈ ਤਤਪਰ ਹੋਵੇ, ਪਰ ਜਿੰਨੀ ਦੇਰ ਤੱਕ ਧੀ ਭੈਣ ਦੇ ਘਰ ਪੁੱਤਰ ਪੈਦਾ ਨਾ ਹੋਵੇ ਉਨੀ ਦੇਰ ਤੱਕ ਸਹੁਰੇ ਪਰਿਵਾਰ ਦੇ ਵਿੱਚ ਮਾਣ ਸਨਮਾਨ ਨਹੀਂ ਵੱਧਦਾ। ਗੁਰੂ ਸਾਹਿਬ ਆਂਦੇ ਆ, ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ। ਜੇ ਪਹਿਲਾ ਪਲੇਠੀ ਦਾ ਪੁੱਤਰ ਨੂੰ ਜਨਮ ਦੇ ਲਵੇ ਤਾਂ ਉਹਦਾ ਮਾਣ ਚੌਗਣਾ ਹੋ ਜਾਂਦਾ। ਤੋ ਮਾਤਾ ਤ੍ਰਿਪਤਾ ਦੇ ਘਰ 10 ਮਹੀਨਿਆਂ ਦਾ ਸਮਾਂ ਗੁਜ਼ਰਦਾ ਪਿਆ ਤੇ ਮਾਂ ਜਿਹੜੀ ਹੈ ਦਿਨ ਰਾਤ ਅਰਦਾਸਾਂ ਕਰਦੀ ਹੈ, ਅਕਾਲ ਪੁਰਖ ਵਾਹਿਗੁਰੂ ਮੇਰੇ ਖਾਨਦਾਨ ਦੇ ਵਿੱਚ ਪਿਛਲੀਆਂ 7 ਪੀੜ੍ਹੀਆਂ ਇੱਕ ਦੇ ਘਰ ਇੱਕ ਜਨਮਦਾ ਰਿਹਾ ਤੇ ਆ ਮੇਰੇ ਸਿਰ ਦਾ ਸੁਹਾਗ ਪਾ ਕੇ 2 ਭਰਾ ਨੇ। ਜੇ ਹੁਣ ਤੂੰ ਇਹਨਾਂ ਨੂੰ 2 ਪੈਦਾ ਕੀਤੇ ਨੇ ਤੇ ਕਿਰਪਾ ਕਰੀ ਮੈਨੂੰ ਵੀ 1 ਤੋਂ 2 ਜਾਂ ਵੱਧ ਬੱਚਿਆਂ ਦੀ ਮਾਂ ਬਣਾ ਕੇ ਮਾਣ ਬਖਸ਼ਿਸ਼ ਕਰੀ। ਤਾਂ ਮਾਤਾ ਤ੍ਰਿਪਤਾ ਦੇ ਘਰ ਸਮਾਂ ਪਾ ਕੇ ਪਹਿਲੇ ਬੱਚੇ ਨੇ ਜਨਮ ਲਿਆ ਤੇ ਉਹ ਪਹਿਲੀ ਵਾਰ ਧੀ ਪੈਦਾ ਹੋਈ। ਆ ਜਿਨ੍ਹਾਂ ਸੱਜਣਾ ਦੇ ਘਰ ਪਹਿਲੀ ਵਾਰ ਧੀ ਪੈਦਾ ਹੋ ਜਾਏ ਨਾ, ਉਹਨਾਂ ਨੂੰ ਝੁਰਨਾ ਨਹੀਂ ਚਾਹੀਦਾ ਕਿ ਲਓ ਪਹਿਲੀ ਵਾਰ ਹੀ। ਮਾਈਆਂ ਤਾਂ ਹੋਰ ਹੀ ਕੁਝ ਬਚਨ ਬੋਲਦੀਆਂ ਕਿ ਪੱਥਰ ਜੰਮ ਧਰਿਆ। ਇਹ ਬੀਬੀਆਂ ਹੀ ਬੀਬੀਆਂ ਦੀਆਂ ਵੈਰੀ ਹੋਈਆਂ ਬੈਠੀਆਂ, ਬੰਦੇ ਤੇ ਗੱਲ ਹੀ ਛੱਡੋ। ਹੁਣ ਦੱਸੋ ਮਾਤਾ ਤ੍ਰਿਪਤਾ ਕੋਈ ਘੱਟ ਭਾਗਾਂ ਵਾਲੀ ਜਿਹਦੇ ਘਰ ਪਹਿਲੀ ਧੀ ਪੈਦਾ ਹੋਈ? ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਬਚਨ ਜੇ ਗੌੜੀ ਰਾਗ 'ਚ ਭਗਤ ਕਬੀਰ ਸਾਹਿਬ ਦਾ ਬਚਨ ਆ, ਆਂਦੀ ਪਾਛੈ ਜੋ ਜਲ ਬਰਖੈ ਤਿਹ ਤੇਰਾ ਜਲ ਜਨ ਭੀਨਾ। ਜੇ ਘਰ ਵਿੱਚ ਧੀ ਪੈਦਾ ਹੋ ਜਾਏ ਨਾ ਪਹਿਲੀ ਵਾਰ ਤੇ ਮਾਈਆਂ ਦੀਆਂ ਕੋਈ ਨਹੀਂ, ਜੇ ਰੱਬ ਨੇ ਧੀ ਦਿੱਤੀ ਤੇ ਪੁੱਤਰ ਵੀ ਦੇਗਾ। ਭਾਵ ਜੇ ਹਨੇਰੀ ਆਈ ਤੇ ਮੀਂਹ ਵੀ ਆਏਗਾ, ਜੇ ਹਨੇਰੀ ਆਈ ਤੇ ਮੀਂਹ ਵੀ ਆਏਗਾ। ਜੇ ਧੀ ਪੈਦਾ ਹੋ ਗਈ ਤੇ ਪੁੱਤਰ ਵੀ ਰੱਬ ਦੇਗਾ। ਮਾਤਾ ਤ੍ਰਿਪਤਾ ਦੇ ਘਰ ਪਹਿਲਾ ਨੰਬਰ ਧੀ ਪੈਦਾ ਹੋਈ ਦਾ ਨਾਂ ਰੱਖਿਆ, ਧੀ ਦਾ ਨਾਂ ਰੱਖਿਆ ਜਿਹਨੂੰ ਆਪਾਂ ਬੇਬੇ ਨਾਨਕੀ ਕਹਿੰਦੇ ਆ। ਬੇਬੇ ਦਾ ਮਤਲਬ ਹੁੰਦਾ ਭੈਣ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ। ਭਈਆ ਕਹੀਏ ਭਰਾ, ਭਾਬੀ ਕਹੀਏ ਭਰਾ ਦੀ ਘਰ ਵਾਲੀ ਤੇ ਬੇਬ ਕਹੀਏ ਭੈਣ। ਤਾਂ ਭੈਣ ਨਾਨਕੀ ਨੂੰ ਬੇਬੇ ਨਾਨਕੀ ਕਿਹਾ ਜਾਂਦਾ। ਤੇ ਦੂਜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਹਿਲ ਵੀ ਮਾਤਾ ਨਾਨਕੀ ਨੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਮਾਤਾ। 2 ਨਾਨਕੀਆਂ ਇਹ ਨੇ। ਤੀਜੀ ਨਾਨਕੀ ਇਤਿਹਾਸ ਦੇ ਅੰਦਰ ਸਰਦਾਰ ਸ਼ਾਮ ਸਿੰਘ ਟਾਰੀ ਦੀ ਧੀ ਹੈ, ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌ ਨਿਹਾਲ ਸਿੰਘ ਨੂੰ ਵਿਆਹੀ ਗਈ। 7 ਮਾਰਚ 1836 ਨੂੰ ਲਾਹੌਰ ਦੀ ਧਰਤੀ ਤੇ ਵਿਆਹੀ ਗਈ। ਇਹ 3 ਨਾਨਕੀਆਂ ਨੇ ਜਿਹੜੀਆਂ ਸਿੱਖ ਕੌਮ ਦੇ ਇਤਿਹਾਸ ਦੇ ਪੰਨੇ ਵਿੱਚ ਵੱਡਾ ਮੁਕਾਮ ਰੱਖਦੀਆਂ, ਜਿਨ੍ਹਾਂ ਨੇ ਕੌਮ ਲਈ ਕੁਰਬਾਨੀ ਕੀਤੀ। ਕੌਮ ਦੀ ਦੇਣ ਹੈ ਇਹਨਾਂ 3 ਨਾਨਕੀਆਂ ਦੀ। ਭੈਣ ਨਾਨਕੀ, ਮਾਤਾ ਨਾਨਕੀ ਤੇ ਬੀਬੀ ਨਾਨਕੀ। ਪਹਿਲੇ ਬੱਚੇ ਨੇ ਜਨਮ ਲਿਆ ਤੇ ਧੀ ਨੇ ਜਨਮ ਲਿਆ ਤਾਂ ਨਾਂ ਨਾਨਕੀ ਰੱਖਿਆ। ਮਹਿਤਾ ਕਲਿਆਣ ਚੰਦ ਬੇਦੀ ਨੇ ਸ਼ੁਕਰ ਕੀਤਾ ਕਿ ਸਾਡੇ ਘਰ 8 ਪੀੜ੍ਹੀਆਂ ਬਾਅਦ ਧੀ ਪੈਦਾ ਹੋਈ ਹੈ। ਅਭੋਜ ਅੰਮ੍ਰਿਤ ਰਾਏ ਬੇਦੀ ਦੇ ਘਰ 3 ਪੁੱਤਰ ਪੈਦਾ ਹੋਏ ਸਨ, ਸੱਲ ਜੀ, ਨਰੋਤਮ ਜੀ ਤੇ ਅਭੋਜ ਜੀ। ਅਭੋਜ ਦੇ ਘਰ ਨਾਥ ਜੀ ਬੇਦੀ, ਨਾਥ ਜੀ ਦੇ ਘਰ ਸ਼ੰਭੂ ਜੀ ਬੇਦੀ, ਸ਼ੰਭੂ ਦੇ ਘਰ ਪ੍ਰਜਾਪਤ ਬੇਦੀ, ਪ੍ਰਜਾਪਤ ਬੇਦੀ ਦੇ ਘਰ ਨਾਰਾਇਣ ਜੀ ਬੇਦੀ, ਨਾਰਾਇਣ ਜੀ ਬੇਦੀ ਦੇ ਘਰ ਸੰਨਪਾਤ ਬੇਦੀ, ਸੰਨਪਾਤ ਬੇਦੀ ਦੇ ਘਰ ਰਾਮ ਨਾਰਾਇਣ ਬੇਦੀ, ਰਾਮ ਨਾਰਾਇਣ ਦੇ ਘਰ ਸ਼ਿਵ ਰਾਮ ਬੇਦੀ, ਸ਼ਿਵ ਰਾਮ ਬੇਦੀ ਦੇ ਘਰ ਕਲਿਆਣ ਚੰਦ ਬੇਦੀ ਤੇ ਲਾਲ ਚੰਦ ਬੇਦੀ। ਤੇ 8 ਪੀੜ੍ਹੀਆਂ ਬਾਅਦ ਅੱਜ ਧੀ ਨੇ ਜਨਮ ਲਿਆ ਤੇ ਮਾਪੇ ਬੜੇ ਚਾਈਂ ਰੱਜੇ। ਜੇ ਅਖੰਡ ਪਾਠ ਸਾਹਿਬ ਦੇ ਸਵੇਰੇ ਭੋਗ ਪਏ ਨੇ ਤੇ 9ਵੇਂ ਪਾਤਸ਼ਾਹ ਦੇ ਸ਼ਲੋਕਾਂ ਵਿੱਚ ਪਾਠ ਆਇਆ ਸੀ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਘਟ ਸ਼ਬਦ ਸੰਸਕ੍ਰਿਤ ਜ਼ੁਬਾਨ ਦਾ, ਸੰਸਕ੍ਰਿਤ ਜ਼ੁਬਾਨ ਵਿੱਚ ਘਟ ਆਖਦੇ ਨੇ ਮਿੱਟੀ ਦਾ ਭਾਂਡਾ। ਸਾਡਾ ਸਰੀਰ ਮਿੱਟੀ ਦਾ ਭਾਂਡਾ ਹੈ। ਤੇ ਮਹਾਰਾਜ ਨੇ 2 ਵਾਰ ਸ਼ਬਦ ਲਿਖਿਆ, ਘਟ ਘਟ ਮੈਂ ਹਰ ਜੂ ਬਸੈ। ਭਾਵ ਇੱਕ ਸਰੀਰ ਰੂਪੀ ਭਾਂਡਾ ਸਾਡੇ ਘਰ ਜਨਮ ਲੈਣ ਵਾਲੀ ਧੀ ਦਾ, ਇੱਕ ਸਰੀਰ ਰੂਪੀ ਭਾਂਡਾ ਸਾਡੇ ਘਰ ਜਨਮ ਲੈਣ ਵਾਲੇ ਪੁੱਤਰ ਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਸਥਾਨ ਤੇ ਬੈਠੇ ਆ ਤੇ ਮਹਾਰਾਜ ਆਂਦੇ ਆ, ਘਟ ਘਟ ਮੈਂ ਹਰ ਜੂ ਬਸੈ।
जिन्नी परमेश्वर की जोत पुत्र दे शरीर विच वसदी है, उन्नी ही जोत अकाल पुरख वाहिगुरू दी धी दे शरीर च वसदी है। ये नहीं कि पुत्र जिहड़ा वो अंश बंश का मालक है, इहदे च रब की जोत ज़्यादा है, तो धी जिहड़ी है पराया धन आ, बगाना धन है, ने बगाने घर जाना है, तो ये रब की जोत घट है। ना ना ना, महाराज ने घट घट मैं हर जू बसै। साडी धी दे शरीर विच भी परमेश्वर की जोत उन्नी जगदी है, तो पुत्र दे शरीर दे विच भी परमात्मा की जोत उन्नी जगदी है। इन्हां दूआं विच फर्क ना जाणिया करो। जदों तुसीं धीआं पुत्रां विच फर्क करदे हो ना, तो रब कोई अन्ना नहीं, रब दियां भी दोवें अखां ने, उदों ही रब नज़रां फेर लैंदा है। फिर की हुंदा, नदरे ओ पट्ठी जे करे सुल्ताना घाओ कराएंदा। मेरा मनना है, तजर्बा है कि जेड़े घर विच धी पैदा हुंदी उहदे घर विच कोई तोट नहीं आउंदी, रब सारियां बरकतां पांदा है। ते इन्हां दूआं विच फर्क कोई नहीं है। माता त्रिपता दे घर धी पैदा हुई, बड़ा चाह कीता भी पिछलियां 7-8 पीढ़ियां तो साडे घर धी ने पैर ही नहीं पाया। ते अज भैन नानकी दा जन्म होया, नां रखिया गया नानकी। ते इन्ने भागां वाली, एडे भागां वाली, क्या बात है, जिहड़ी वीर नूं ते लैके आई। वीर की लियाई, रब नूं नाल लै आई भी चल चलीए। आ साडियां धीआं साडियां भैणां तो एक तो बाद भरा पैदा हुंदा, आपां ने कर्मां वाली वीर दी बांह फड़ के लियाई। ते भैन नानकी एडे कर्मां वाली, एडे कर्मां वाली, वीर दी बांह की फड़ के लियाई, रब दी बांह फड़ के लै आई नाल। जोत रूप हरे आप गुरु नानक कहायो। सारे जने आखो धन्य आ भैन नानकी, जिन्हें एडी वड्डी पता नहीं की जिंदगी का संयोग है, नानक निरंकारी नाल भैन भरा दे संयोग का पक्ष बनिया। तो भैन नानकी का जिहड़ा बचपन का समा मापियां की छत्र छाया थले गुजरिया, समा पा के ना हुण भैन नानकी अरदासां बेनतियां करदी है, रब्बा मेरे मैनू एक वीर दे, असी भैन भरा दोवें खेडिया करें। बच्चों की आपो अपनी रीति हुंदी है, तो बच्चों का जिहड़ा वो संयोग बनता है, भैन भरावां का संयोग है अपना। पता नहीं किवें आपां एक माँ की कुखों जन्म लै लिया, दोबारा नहीं लेना है। महाराज कहंदे आ, वै सुत वै बित वै पुर पाटन, बौर ना पेखा आए। आ जिहड़े घर दे जी ने, जिहड़ी दौलत आ, जो भी राज भाग आ, जिहड़े पिंड च रहिंदे आ, जिहड़े शहर च आउने जाने आ, आपां मुड़ के दोबारा इन्हां थावां ते नहीं आउणा है। वै सुत आ पुत्र जिहड़े ने, किदा एक किदे 2 3 4। वै सुत वै बित, आ जिहड़ी दौलत है रब ने थोड़ी दित्ती है, बहुती दित्ती है। वै सुत वै बित वै पुर पाटन, जिहड़े पिंड च रहिंदे आ, पाटन कहिए जिहड़े शहर च आउने जाने आ। बाहर ना पेखा आए, मुड़ के नहीं इत्थे आएगा तू। ते आपस च मुहब्बत रखिया करो भैन भरा, एवें ना माड़ियां माड़ियां गल्लां तो लड़ी जाना, एवें माड़ी माड़ी गल तो मूँह मोटा करके रहना। 4 दिनां दी जिंदगी पता नहीं कदों सदा आ जाना। भैन नानकी अरदासां करदी, अकाल पुरख वाहिगुरू मैनू वीर दे, असीं दोवें भैन भरा कट्ठे खेडांगे ते जिंदगी बसर करांगे। वो एक भैन दियां अरदासां ते दूजा कारण, उस वेले बहलोल लोधी दे घर पुत्र पैदा होया, सिकंदर लोधी। सिकंदर लोधी जवान हुंदियां सारे ने जुल्मो सितम की इंतहा की। इन्हें ऐलान जारी कर दिते कि पहला नंबर मेरे राज दे विच कोई सनातनी झटका नहीं करेगा, जिथे होएगा हलाल होएगा, मेरे धर्म की रौह रीति चलेगी, किसी की वखरी मर्यादा नहीं पड़ेगी। दुशहरे का दिन आया तो जौनपुर के अंदर सनातनियां ने इकट्ठियां होकर बली दिती किते बकरे की। ते सनातनियां ने किया बकरा झटका मारिया, इको टक च वढ मारिया। वेखण वालियां ने वेख लिया। वो जिहड़ी खबर जिहड़ी चलदी चलदी काजी कोल चली गई, मुलाणियां कोल चली गई। दिन चढ़दे नूं सारियां खबरां आईयां, कचहरी लगी, सारे सनातनी इकट्ठे कर लै। तुसां हुक्म दी अदूली कीती, तुहानूं कहा सी झटका नहीं करना, जे बली देनी है हलाल करके देनी, जिबा करनी है। जाके ईद बकरीद कुल गौरे बद करै, मानिया शेख शहीद पीरा।
ਤਾਂ ਕਹਿਣ ਲੱਗੇ ਜਿਨ੍ਹਾਂ ਜਿਨ੍ਹਾਂ ਨੇ ਰਾਤ ਬੱਕਰੇ ਦੀ ਬਲੀ ਦਿੱਤੀ, ਝਟਕਾ ਕੀਤਾ, ਉਹਨਾਂ ਨੂੰ ਲਾਈਨ 'ਚ ਖੜੇ ਕਰੋ। ਲਾਈਨ 'ਚ ਖੜੇ ਕਰ ਦਿੱਤੇ। ਕਹਿਣ ਲੱਗੇ ਚਲੋ ਉਸੇ ਦੇਵੀ ਦੀ ਮੂਰਤੀ ਦੇ ਅੱਗੇ, ਉਹਦੇ ਅੱਗੇ ਲਿਆ ਕੇ ਸਾਰੇ ਦੇ ਸਾਰੇ ਝਟਕਾ ਮਾਰੇ ਉਸੇ ਤਰ੍ਹਾਂ ਵੀ ਤੁਸਾਂ ਹੁਕਮ ਅਦੂਲੀ ਕੀਤੀ ਹੈ। ਮਿਰਜ਼ਾਪੁਰ ਸ਼ਹਿਰ ਦੇ ਅੰਦਰ ਬਿੰਦ ਬਾਸਣੀ ਨਾਂ ਦਾ ਮੰਦਰ ਆ, ਉੱਥੇ ਦੇਵੀ ਦੀ ਮੂਰਤੀ ਦੇ ਅੱਗੇ ਸਨਾਤਨੀਆਂ ਨੇ ਬਲੀ ਦਿੱਤੀ। ਉਹਦਾ ਵੀ ਪਤਾ ਲੱਗਾ ਤਾਂ ਕਾਜੀ ਮੁਲਾਣਿਆਂ ਨੇ ਅਗਲੇ ਦਿਨ ਕਚਹਿਰੀ ਲਾਈ ਤੇ ਫਤਵਾ ਜਾਰੀ ਕੀਤਾ, ਜਿਨ੍ਹਾਂ ਨੇ ਰਾਤ ਦੇਵੀ ਦੇ ਸਾਹਮਣੇ ਬਲੀ ਦਿੱਤੀ ਉਹਨਾਂ ਦੇ ਖੜੇ ਕਰਕੇ ਉਹਨਾਂ ਦੇ ਮੂੰਹ ਦੇ ਵਿੱਚ ਗਊ ਦੀ ਹੱਡੀ ਸਮੇਤ ਮਾਸ ਮੂੰਹ 'ਚ ਪਾਈ ਗਈ, ਨਾਲੇ ਬਾਅਦ ਵਿੱਚ ਕਤਲ ਕੀਤੇ ਗਏ। ਕਾਂਸ਼ੀ ਦੇ ਅੰਦਰ ਰਾਮ ਪ੍ਰਸਾਦ ਨਾਂ ਦਾ ਇੱਕ ਸਨਾਤਨੀ ਸੀ ਬਜ਼ੁਰਗ, ਉਹਨੇ ਕੀ ਕੀਤਾ ਵੀ ਪਿਤਰਾਂ ਦੇ ਨਿਮਿਤ ਨਾ, ਸਰਾਧਾਂ ਦੇ ਦਿਨ ਸਨ, ਪਿਤਰਾਂ ਦੇ ਨਿਮਿਤ ਸੰਖ ਪੂਰਿਆ ਚੱਕ ਤੇ ਰਾਤ ਨੂੰ। ਉਹਦੀ ਖਬਰ ਮੁਲਾਣਿਆਂ ਕੋਲ ਪਹੁੰਚ ਗਈ। ਸਵੇਰੇ ਦਿਨ ਚੜੇ ਉਹ ਬ੍ਰਾਹਮਣ ਤੇ ਉਹਦਾ ਪੁੱਤਰ ਦੋਵੇਂ ਇਕੱਠੇ ਕੀਤੇ, ਕਹਿਣ ਲੱਗੇ ਤੁਸਾਂ ਰਾਤ ਸੰਖ ਪੂਰਿਆ, ਪਹਿਲਾਂ ਸੰਖ ਭੰਨਿਆ, ਫਿਰ ਦੋਵਾਂ ਪਿਓ ਪੁੱਤਰਾਂ ਨੂੰ ਕਤਲ ਕਰ ਦਿੱਤਾ ਗਿਆ। ਇਹ ਜ਼ੁਲਮੋ ਸਿਤਮ ਹੋ ਰਿਹਾ ਸੀ। ਫਿਰ ਉਸ ਵੇਲੇ ਬਹਿਲੋਲ ਲੋਧੀ ਤੇ ਸਿਕੰਦਰ ਲੋਧੀ ਵੱਲੋਂ ਇਹ ਐਲਾਨ ਜਾਰੀ ਕੀਤਾ ਗਿਆ ਸੀ ਵੀ ਕੋਈ ਕਿੱਡਾ ਮਰਜੀ ਜ਼ਿਮੀਂਦਾਰ ਹੋਵੇ, ਉਹ ਆਪਣੇ ਘਰ ਦੇ ਵਿੱਚ 6 ਮਹੀਨਿਆਂ ਤੋਂ ਵੱਧ ਰਿਜ਼ਕ ਨਹੀਂ ਰੱਖ ਸਕਦਾ। ਆ ਤੁਹਾਡੇ ਘਰਾਂ ਦੇ ਵਿੱਚ ਨਾ ਸਾਲ ਡੂਢ ਸਾਲ ਦੀ ਕਣਕ ਪਈ ਰਹਿੰਦੀ ਆ, ਰਿਜ਼ਕ ਪਿਆ ਰਹਿੰਦਾ। ਉਦੋਂ ਇਹ ਐਲਾਨ ਜਾਰੀ ਕੀਤਾ ਸੀ ਕੋਈ ਬੰਦਾ 6 ਮਹੀਨਿਆਂ ਤੋਂ ਵੱਧ ਆਪਣੇ ਘਰ ਵਿੱਚ ਰਿਜ਼ਕ ਨਹੀਂ ਰੱਖ ਸਕਦਾ। ਆ ਸਾਡੀਆਂ ਮਾਵਾਂ ਨੇ ਚੌਲ ਛਡਾ ਕੇ ਨਾ ਤੇ 1.5 2 ਸਾਲਾਂ ਦੇ ਚੌਲ ਪੁਰਾਣੇ ਸਾਂਭ ਕੇ ਰੱਖੇ ਆ ਵੀ ਜਿੰਨੇ ਪੁਰਾਣੇ ਹੁਣ ਉਹਨੇ ਵਧੀਆ ਬਣਦੇ ਆ। ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ, ਤੁਹਾਡੇ ਭੰਡਾਰ ਭਰੇ ਪਏ ਨੇ, ਵਰਨਾ ਉਸ ਵੇਲੇ 6 ਮਹੀਨਿਆਂ ਤੋਂ ਵੱਧ ਕਿਸੇ ਦੇ ਘਰ ਦਾਣਾ ਨਹੀਂ ਸੀ ਹੁੰਦਾ। ਤੇ ਇੱਕ ਹੋਰ ਐਲਾਨ ਕੀਤਾ ਹੋਇਆ ਸੀ, ਉਹ ਐਲਾਨ ਇਹ ਸੀ ਕਿ ਕੋਈ ਵੀ ਗ੍ਰਸਤੀ ਬੰਦਾ ਨਵਾਂ ਜਾਂ ਸੋਹਣਾ ਮਹਿੰਗਾ ਕੱਪੜਾ ਨਹੀਂ ਸੀ ਪਹਿਨ ਸਕਦਾ। ਇਲਾਕੇ ਦਾ ਚੌਧਰੀ ਹੀ ਸੋਹਣਾ ਕੱਪੜਾ ਪਹਿਨ ਸਕਦਾ ਸੀ, ਜਾਂ ਕਾਜੀ ਜਾਂ ਮੁਲਾਣਾ, ਤੇ ਜਾਂ ਜਿਹੜਾ ਚੌਧਰੀ ਉਹੀ ਸ਼ਾਹੀ ਕੱਪੜੇ ਪਹਿਨ ਸਕਦਾ ਸੀ। ਵਰਨਾ ਆਮ ਗ੍ਰਸਤੀ ਜਿਵੇਂ ਅੱਜ ਤੁਸੀਂ ਸੱਜ ਧੱਜ ਕੇ ਰਹਿੰਦੇ ਹੋ ਨਾ, ਬ੍ਰਾਂਡਡ ਕੱਪੜੇ, ਬ੍ਰਾਂਡਡ ਜੁੱਤੀਆਂ, ਬ੍ਰਾਂਡਡ ਚੀਜ਼ਾਂ ਪਾਉਂਦੇ ਹੋ, ਇਹ ਚੀਜ਼ਾਂ ਦੀ ਮਨਾਹੀ ਸੀ ਉਸ ਵੇਲੇ। ਇਹ ਜਦੋਂ ਸੋਹਣੇ ਸੱਜ ਧੱਜ ਕੇ ਘਰੋਂ ਨਿਕਲਦੇ ਹੋ ਉਦੋਂ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕਰਿਆ ਕਰੋ, ਨਹੀਂ ਤਾਂ ਤੁਹਾਡੇ ਤੇ ਪਿੰਡੇ ਤੇ ਮਾਸ ਨਹੀਂ ਸੀ ਛੱਡਣਾ ਹੈ ਮੁਲਾਣਿਆਂ ਨੇ। ਕੋਰੜਿਆਂ ਨਾਲ ਕੁੱਟ-ਕੁੱਟ ਮਾਰ ਦੇਣਾ ਸੀ। ਇਹ ਬਾਬੇ ਨਾਨਕ ਦੀਆਂ ਰਹਿਮਤਾਂ ਨੇ। ਅੱਜ ਆਖਣ ਨੂੰ ਭਾਵੇਂ ਆਖੀ ਜੋ ਫਲਾਣਾ ਗੁਰੂ ਹੈ ਤੇ ਫਲਾਣਾ ਰਾਜਾ ਬਾਦਸ਼ਾਹ, ਬਾਬੇ ਨਾਨਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ। ਆਖਿਆ ਕਰੋ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਇਹ ਆਖਦੇ ਨਾ ਥੱਕਿਆ ਕਰੋ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੇ ਅਗਲੀ ਗੱਲ ਇਹ ਸੀ, ਕੋਈ ਵੀ ਦੁਨਿਆਵੀ ਬੰਦਾ ਜਿਹੜਾ ਉਹ ਹਾਰ ਸ਼ਿੰਗਾਰ ਗਹਿਣਾ ਗੱਟਾ ਨਹੀਂ ਸੀ ਪਹਿਨ ਸਕਦਾ। ਅੱਜ ਤੇ ਮੌਜਾਂ ਬਣੀਆਂ, ਹਰ ਤੀਜੇ ਬੰਦੇ ਨੇ ਇਹ ਫੋਨ ਖੱਬੇ ਹੱਥ ਦੇ ਵਿੱਚ 1.25 ਜਾਂ 1.5 ਲੱਖ ਦਾ ਮੋਬਾਈਲ ਫੜਿਆ ਹੋਇਆ। ਪ੍ਰੋ ਮੈਕਸ 14 ਆ, ਕਿਸੇ ਕੋਲ ਪ੍ਰੋ ਮੈਕਸ 15 ਆ। ਇਹ ਹੱਥ ਦੇ ਵਿੱਚ ਮੋਬਾਈਲ ਫੜਿਆ 1.25 ਲੱਖ ਦਾ, 1.5 ਲੱਖ ਦਾ, ਤੇ ਗੁੱਟ ਤੇ ਘੜੀ ਬੰਨੀ ਆ 50,000 ਦੀ, ਜਿਹੜੀ ਅਟੈਚ ਹੈ ਐਪਲ ਦੇ ਨਾਲ। ਇੱਕੋ ਗੁੱਟ ਦੇ ਉੱਤੇ 50,000 ਦੀ ਘੜੀ ਤੇ 1.5 ਲੱਖ ਦਾ ਫੋਨ, 2 ਲੱਖ ਹੋ ਗਿਆ। ਤੇ ਇਸੇ ਫੋਨ ਦੇ ਵਿੱਚ ਗੂਗਲ ਪੇ ਚੱਲਦਾ, ਖਾਤੇ 'ਚ ਲੱਖ 2 ਲੱਖ 4 ਲੱਖ ਰੁਪਈਆ ਵੀ ਵਿੱਚ ਹੀ ਲਈ ਫਿਰਦਾ ਗੂਗਲ ਪੇ। ਆਨਲਾਈਨ ਸਰਵਿਸ, ਡਿਜੀਟਲ ਇੰਡੀਆ। ਖੱਬੇ ਹੱਥ ਦੇ ਵਿੱਚ ਅੱਜ ਹਰ ਬੰਦਾ ਜਿਹੜਾ ਸਰਦੇ ਪੁੱਜਦੇ ਕਰਦਾ 1 ਤੋਂ 10 ਲੱਖ ਰੁਪਈਆ ਨਗਦਨਾਮਾ ਚੁੱਕੀ ਫਿਰਦਾ। ਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਆਉਣ ਤੋਂ ਪਹਿਲਾਂ ਕਿਸੇ ਬੰਦੇ ਨੂੰ ਇਹ ਇਜਾਜ਼ਤ ਨਹੀਂ ਸੀ ਕਿ ਉਹ ਸੋਹਣਾ ਕੱਪੜਾ ਪਾ ਸਕੇ, ਕੋਈ ਸੋਹਣਾ ਗਹਿਣਾ ਗੱਟਾ ਪਾ ਸਕੇ। ਇਹ ਗੁਰੂ ਨਾਨਕ ਸਾਹਿਬ ਦੀਆਂ ਬਖਸ਼ਾਂ ਨੇ ਜਿਹੜਾ ਰਾਜ ਭਾਗ ਭੋਗ ਰਹੇ ਆ। ਤੇ ਸਭ ਤੋਂ ਮੰਦੀ ਤੇ ਦੁਖਦਾਈ ਉਸ ਵੇਲੇ ਦਾ ਐਲਾਨ ਸੀ, ਆ ਸੁਣਿਓ ਜਿਹੜੇ ਮਾਵਾਂ ਭੈਣਾਂ, ਤੁਸੀਂ ਜ਼ਿਆਦਾ ਕਰਦੀਆਂ ਜੇ ਮੜੀਆਂ ਮਸਾਣੀਆਂ ਤੇ ਜਾਂ ਦੀਵੇ ਦੂਵੇ ਬਾਲਣ ਦਾ ਕੰਮ। ਕਿੱਡੀ ਵੱਡੀ ਗੁਰੂ ਨਾਨਕ ਸਾਹਿਬ ਨੇ ਤੁਹਾਡੇ ਉੱਤੇ ਰਹਿਮਤ ਕੀਤੀ ਆ। ਮੈਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ, ਪਰ ਜੇ ਤੁਹਾਨੂੰ ਦੱਸੀ ਨਾ
ਤਾਂ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਦਾ ਪਤਾ ਨਹੀਂ ਲੱਗਣਾ ਹੈ। ਜਿਸ ਵੀ ਗ੍ਰਸਤੀ ਦੇ ਘਰ ਧੀ ਪੈਦਾ ਹੁੰਦੀ ਸੀ ਨਾ, ਉਸ ਵੇਲੇ ਸਿਕੰਦਰ ਲੋਧੀ ਦੇ ਵੇਲੇ, ਬਹਿਲੋਲ ਲੋਧੀ ਦੇ ਵੇਲੇ ਧੀ ਜਵਾਨ ਹੋ ਜਾਣੀ, ਉਹਦਾ ਵਿਆਹ ਹੋਣਾ, ਆਨੰਦ ਕਾਰਜ ਹੋਣਾ। ਉਹ ਸਾਡੀ ਧੀ ਭੈਣ ਜਿਹੜੀ ਉਸ ਵੇਲੇ ਖਾਨਦਾਨਾਂ ਦੀ ਹੁੰਦੀ ਸੀ, ਉਹਨੂੰ ਪਹਿਲਾਂ ਹਾਕਮ ਦੇ ਹਰਮਾਂ ਵਿੱਚ ਰਹਿਣਾ ਪੈਂਦਾ ਸੀ ਤੇ ਫੇਰ ਆਪਣੇ ਘਰ ਆਉਂਦੀ ਸੀ। ਐਡੀ ਵੱਡੀ ਦੁਖਦਾਈ ਗੱਲ ਸੀ ਇਹ। ਜਦੋਂ ਇਸ ਤਰ੍ਹਾਂ ਸੱਤ ਭੰਗ ਹੁੰਦੇ ਸੀ ਨਾ, ਤਾਂ ਉਦੋਂ ਦੁਨੀਆ ਹਾਲ ਪਾਰਿਆ ਕਰਦੀ ਸੀ, ਰੱਬਾ ਰਾਜੇ ਪਾਪ ਕਮਾਵੰਦੇ ਉਲਟੀ ਵਾਲ ਖੇਤ ਕੋ ਖਾਈ। ਜਿਨ੍ਹਾਂ ਰਾਜਿਆਂ ਨੇ, ਜਿਨ੍ਹਾਂ ਚੌਧਰੀਆਂ ਨੇ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਕਰਨੀ ਸੀ, ਤੇ ਉਹੀ ਤੇ ਕਹਿੰਦੇ ਸੀ ਵੀ ਡੋਲਾ ਪਹਿਲਾਂ ਸਾਡੇ ਹਰਮਾਂ 'ਚ ਆਉਣਾ ਚਾਹੀਦਾ। ਇਹ ਪਾਪ ਹੋ ਰਿਹਾ ਸੀ, ਜਿਹਨੂੰ ਭਾਈ ਗੁਰਦਾਸ ਜੀ ਲਿਖਦੇ ਨੇ, ਪਾਪੇ ਦਾ ਵਰਤਿਆ ਵਰਤਾਰਾ, ਪਾਪ ਦਾ ਵਰਤਾਰਾ ਵਰਤਿਆ ਹੋਇਆ ਸੀ। ਜਦੋਂ ਇੰਨਾ ਜ਼ੁਲਮ ਹੋ ਰਿਹਾ ਸੀ, ਇੰਨਾ ਪਾਪ ਹੋ ਰਿਹਾ ਸੀ, ਤਾਂ ਉਸ ਵੇਲੇ ਆ ਧਰਤੀ ਨੇ ਵੀ ਤਰਾਸ ਤਰਾਸ ਕਰਕੇ ਅਰਦਾਸ ਕੀਤੀ। ਕਲਮਲ ਹੋਈ ਮੇਦਨੀ ਅਰਦਾਸ ਕਰੈ ਲਿਵ ਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਧਰਤੀ ਨੇ ਪੁਕਾਰ ਕੀਤੀ ਤੇ ਧਰਤੀ ਤੇ ਵਸਣ ਵਾਲੀ ਸਾਰੀ ਖਲਕਤ ਨੇ ਅਰਦਾਸਾਂ ਬੇਨਤੀਆਂ ਕੀਤੀਆਂ, ਹੈ ਅਕਾਲ ਪੁਰਖ ਵਾਹਿਗੁਰੂ, ਤੂੰ ਇਹ ਦੁਨੀਆ ਦੇ ਉੱਤੇ ਦੇਵਤੇ ਭੇਜੇ, ਦੇਵੀਆਂ ਭੇਜੀਆਂ, ਇਹ ਪਾਪ ਇਹ ਜ਼ੁਲਮ ਮਿਟਿਆ ਨਾ। ਤੂੰ ਇੱਥੇ ਦੈਂਤ ਪੈਦਾ ਕੀਤੇ, ਵੀਰ ਪੈਦਾ ਕੀਤੇ, ਇੱਥੇ ਬਲੀ ਪੈਦਾ ਕੀਤੇ, ਪਤਾ ਨਹੀਂ ਕਿੰਨੇ ਕੁ ਪੀਰ ਪੈਗੰਬਰ ਔਲੀਏ ਅਵਤਾਰ ਭੇਜੇ। ਹੈ ਅਕਾਲ ਪੁਰਖ ਵਾਹਿਗੁਰੂ, ਤੂੰ ਇੱਥੇ ਕੋਈ 2 ਕਲਾਵਾਂ ਅਵਤਾਰ ਭੇਜਿਆ, ਕੋਈ 10 ਕਲਾਵਾਂ ਅਵਤਾਰ ਭੇਜਿਆ, ਕੋਈ 14 ਕਲਾ। ਭਗਵਾਨ ਸ਼੍ਰੀ ਰਾਮਚੰਦਰ 14 ਕਲਾ ਅਵਤਾਰ ਆਏ ਸੀ, ਕ੍ਰਿਸ਼ਨ ਮਹਾਰਾਜ 16 ਕਲਾ ਅਵਤਾਰ ਆਏ ਸੀ। ਤੇ ਜਦੋਂ 16 ਕਲਾ ਅਵਤਾਰਾਂ ਤੋਂ ਇਸ ਧਰਤੀ ਦਾ ਜ਼ੁਲਮ ਨਾ ਮਿਟਿਆ, ਪਾਪ ਨਾ ਮਿਟਿਆ, ਤਾਂ ਫਿਰ ਮਹਾਰਾਜ ਕਹਿੰਦੇ ਆ 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ। ਫਿਰ ਅਕਾਲ ਪੁਰਖ ਵਾਹਿਗੁਰੂ ਨੇ ਵਿਉਂਤਬੰਦੀ ਬਣਾਈ ਵੀ ਹੁਣ ਕਲਾਵਾਂ ਦੇ ਕੇ ਜਿਹੜੇ ਅਵਤਾਰ ਭੇਜੇ ਸੀ, ਉਹਨਾਂ ਨੇ ਸਮੇਂ ਦੇ ਮੁਤਾਬਕ ਤੇ ਜੋ ਕੁਝ ਕਰਨਾ ਸੀ ਕੀਤਾ। ਹੁਣ ਜਿਹਨੂੰ ਅੱਗੇ ਸਮਾਂ ਹੀ ਨਹੀਂ ਮਿਲਿਆ, ਉਮਰ ਹੀ ਪੂਰੀ ਹੋ ਗਈ, ਤੇ ਉਹਨੇ ਕੀ ਕਰਨਾ। ਹੁਣ ਇਸ ਤਰ੍ਹਾਂ ਕਰੀਏ ਵੀ ਹੁਣ ਅਵਤਾਰਾਂ ਦੇ ਭੇਜਿਆਂ ਧਰਤੀ ਦਾ ਭਲਾ ਨਹੀਂ ਹੋਣਾ, ਖਲਕਤ ਦਾ ਭਲਾ ਨਹੀਂ ਹੋਣਾ। ਹੁਣ ਨਿਰੰਕਾਰ ਨੇ ਵਿਉਂਤਬੰਦੀ ਬਣਾਈ ਵੀ ਹੁਣ ਆਪਾਂ ਨੂੰ ਆਪ ਜਾਣਾ ਪੈਣਾ। ਤਾਂ ਫਿਰ ਅਨੰਤ ਕਲਾ ਹੋਏ ਠਾਕੁਰ ਚੜਿਆ। ਫਿਰ ਅਕਾਲ ਪੁਰਖ ਵਾਹਿਗੁਰੂ ਨੇ ਬੇਸ਼ੁਮਾਰ ਕਲਾਵਾਂ ਲੈ ਕੇ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕਰਕੇ ਸੰਸਾਰ ਤੇ ਆਉਣ ਦੀ ਵਿਉਂਤਬੰਦੀ ਬਣਾਈ। ਫਿਰ ਭਾਈ ਗੁਰਦਾਸ ਜੀ ਲਿਖਦੇ ਆ, ਭਾਈ ਗੁਰਦਾਸ ਜੀ ਲਿਖਦੇ ਆ, ਸੁਣੀ ਪੁਕਾਰ ਦਤਾਰ ਪ੍ਰਭ। ਧਰਤੀ ਦੀ ਜਿਹੜੀ ਪੁਕਾਰ ਸੀ, ਧਰਤੀ ਤੇ ਵਸਣ ਵਾਲੇ ਤਮਾਮ ਜੀਵਾਂ ਦੀ ਜਿਹੜੀ ਪੁਕਾਰ ਸੀ, ਸੁਣੀ ਪੁਕਾਰ ਦਾਤਾਰ ਪ੍ਰਭ। ਵਾਹਿਗੁਰੂ ਨੇ ਪੁਕਾਰ ਸੁਣੀ, ਉਹ ਦਾਤੇ ਨੇ ਪੁਕਾਰ ਸੁਣੀ। ਗੁਰ ਨਾਨਕ ਜਗ ਮਾਹੇ ਪਠਾਇਆ। ਪਠਾਏ ਦਾ ਮਤਲਬ ਹੁੰਦਾ ਭੇਜਣਾ। ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਦੇਵ ਮਹਾਰਾਜ ਦਾ ਰੂਪ ਬਣਾ ਕੇ ਸੰਸਾਰ ਤੇ ਆਉਣਾ ਕੀਤਾ। ਤੇ ਇਹ ਦਿਨ ਭਾਗਾਂ ਭਰਿਆ ਚੜਿਆ। ਤਵਾ ਰੀ ਗੁਰੂ ਖਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਕਿ ਕੱਤਕ ਦੀ ਪੂਰਨਮਾਸੀ, ਇਸ ਗੱਲ ਦਾ ਰੌਲਾ ਚੱਲਦਾ ਪਿਆ, ਪਰ ਸਾਡੇ ਵੱਸ ਕੁਛ ਨਹੀਂ ਹੈ। ਜਦੋਂ ਕੌਮ ਦੀਆਂ ਆਲਾ ਦਰਜੇ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਬਹਿ ਕੇ ਕੋਈ ਸਾਂਝਾ ਫੈਸਲਾ ਲੈਣਗੀਆਂ, ਤੇ ਉਵੇਂ ਅਸਾਂ ਤੁਰਨਾ ਆ। ਜਦੋਂ ਸਾਡੇ ਜੇ ਆਗੂ ਹੀ ਉਖੜੇ ਫਿਰਦੇ ਆ ਤਾਂ ਸਾਡਾ ਕੀ ਗੁਨਾਹ ਆ। ਇਸ ਗੱਲ ਦਾ ਜੇ ਰੌਲਾ ਚੱਲਦਾ, ਰੇੜਕਾ ਆ ਜੇ ਬਈ ਗੁਰੂ ਨਾਨਕ ਸਾਹਿਬ ਦਾ ਅਵਤਾਰ ਜਿਹੜਾ ਉਹ ਕੱਤਕ ਕੇ ਵਿਸਾਖ, ਪਰ ਐਤਕੀ ਦੇ ਮੱਘਰ ਦੇ ਮਹੀਨੇ ਆ ਰਿਹਾ। ਜਿਸ ਵੇਲੇ ਆਪਾਂ ਗੁਰੂ ਨਾਨਕ ਸਾਹਿਬ ਦਾ ਪਿੱਛੇ ਸ਼ਤਾਬਦੀ ਮਨਾਈ ਸੀ ਨਾ, 550 ਸਾਲਵੀਂ, ਉਸ ਵੇਲੇ 44 ਸਾਲਾਂ ਬਾਅਦ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਜਿਹੜਾ ਮੱਘਰ ਦੇ ਮਹੀਨੇ ਆਇਆ ਸੀ। ਇਹ ਸਮਾਂ ਬਦਲਦਾ ਰਹਿੰਦਾ, ਦਿਨ ਵੱਧਦੇ ਘਟਦੇ ਰਹਿੰਦੇ। ਤਾਂ
ਤਵਾਰੀ ਗੁਰੂ ਖਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਜੀਆਂ ਦੇ ਮੁਤਾਬਕ ਉਹ ਲਿਖਦੇ ਵੀ ਐਤਵਾਰ ਦਾ ਦਿਨ ਚੜ੍ਹਨ ਵਾਲਾ, ਸ਼ਨੀਵਾਰ ਦੀ ਰਾਤ ਗੁਜ਼ਰ ਰਹੀ ਹੈ, ਤੇ ਜਦੋਂ ਐਤਵਾਰ ਦਾ ਪੱਖ ਲੱਗਾ, ਤੀਜਾ ਪਹਿਰ ਜਾਣੀ ਕਿ 12 ਤੋਂ ਲੈ ਕੇ 3 ਵਜੇ ਦਾ ਸਮਾਂ ਗੁਜ਼ਰਿਆ, ਉਸ ਵੇਲੇ ਮਾਤਾ ਤ੍ਰਿਪਤਾ ਜੀ ਤੇ ਉਹਦੀਆਂ 2 ਦਾਸੀਆਂ, ਦੌਲਤਾਂ ਦਾਈ ਤੇ ਤੁਲਸਾਂ ਦਾਸੀ, ਇਹ ਮਾਤਾ ਤ੍ਰਿਪਤਾ ਜੀਆਂ ਦੀ ਮੁੱਠੀ ਚਾਪੀ ਕਰ ਰਹੀਆਂ ਸਨ। ਤੀਜਾ ਪਹਿਰ ਗੁਜ਼ਰਿਆ ਤੇ ਚੌਥਾ ਪਹਿਰ ਸੁਬਾਹ ਹੈ, ਸੁਰਤਿਆਂ ਉਪਜਿਆ ਚਾਓ। ਜਦੋਂ ਚੌਥਾ ਪਹਿਰ ਚੜ੍ਹਿਆ ਤਾਂ ਉਸ ਵੇਲੇ ਚਿੜੀ ਚੂਕੀ ਪਉ ਫੁੱਟੀ ਵਗਣ ਬਹੁਤ ਤਰੰਗ, ਪੰਛੀਆਂ ਦੀ ਚੀਕ ਚਹਾਟ ਹੋਈ, ਤੇ ਉਸ ਵੇਲੇ ਕੁੱਕੜਾਂ ਨੇ ਬਾਂਗਾਂ ਦਿੱਤੀਆਂ, ਰੱਬ ਦੇ ਪਿਆਰਿਆਂ ਨੇ ਵਾਹਿਗੁਰੂ ਦਾ ਨਾਮ ਪੁਕਾਰਨਾ ਕੀਤਾ। ਕਿਤੇ ਕਿਤੇ ਮੁਲਾਣੇ ਜਿਹੜੇ ਨੇ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈਂ ਨਾ ਬਾਹਰਾ ਹੋਏ, ਤੇ ਮੁੱਲਾ ਜਿਹੜੇ ਨੇ ਉਹ ਉੱਚੀ ਮਨਾਰ ਤੇ ਚੜ੍ਹ ਕੇ ਬਾਂਗਾਂ ਦੇ ਰਹੇ ਸਨ। ਉੱਠ ਫਰੀਦਾ ਉਜੂ ਸਾਜ ਸੁਬਹ ਨਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਸਵੇਰ ਦੀ ਨਮਾਜ਼ ਦੇਣ ਵਾਸਤੇ ਮੁਲਾਣੇ ਜਿਹੜੇ ਨੇ ਤਤਪਰ ਹੋਏ ਸੀ, ਉਜੂ ਸਾਜ ਕੇ ਬਾਂਗ ਦੇ ਰਹੇ ਸਨ, ਤੇ ਪੰਛੀਆਂ ਦੀ ਚੀਕ ਚਹਾਟ ਹੋਈ ਸੀ। ਭਿੰਨੀ ਰੈ ਨੜੀਐ ਚਮਕਣ ਤਾਰੇ, ਜਾਗੈ ਸੰਤ ਜਣਾ ਮੇਰੇ ਰਾਮ ਪਿਆਰੇ। ਰੱਬ ਦੇ ਪਿਆਰੇ ਵੀ ਅੰਮ੍ਰਿਤ ਵੇਲੇ ਉੱਠ ਕੇ ਖੂਹਾਂ ਦੀ ਮਣ ਉੱਤੇ ਡੋਲ ਖੜਕ ਰਿਹਾ ਸੀ। ਤਾਂ ਇੱਧਰ ਭਾਈ ਗੁਰਦਾਸ ਜੀ ਲਿਖਦੇ ਨੇ, ਪੁੱਤ ਜਣੈ ਵੜ ਕੋਠੜੀ ਬਾਹਰ ਜੱਗ ਜਾਣੈ। ਮਾਤਾ ਤ੍ਰਿਪਤਾ ਨੇ ਕੋਠੜੀ ਦੇ ਅੰਦਰ ਵਿਸ਼ਰਾਮ ਕੀਤਾ ਆ, ਤੇ ਅੱਜ ਦਾ ਦਿਨ ਜਿਹੜਾ ਚੜ੍ਹਿਆ, ਐਤਵਾਰ ਦਾ ਭਾਗਾਂ ਵਾਲਾ ਦਿਨ ਚੜ੍ਹਿਆ। ਕੱਤਕ ਦੀ ਪੂਰਨਮਾਸੀ ਸੀ, 1469 ਦਾ ਸੰਨ ਸੀ। ਰਾਏ ਭੋਏ ਦੀ ਤਲਵੰਡੀ ਸੀ, ਲਾਹੌਰ ਤੋਂ 20 ਮੀਲ ਪੱਛਮ ਵਾਲੇ ਪਾਸੇ ਪਰਗਣਾ ਸੀ ਸ਼ੱਕਰਪੁਰ, ਤੇ ਇਸ ਪਰਗਣੇ ਦਾ ਕਾਰਦਾਰ ਮਹਿਤਾ ਕਲਿਆਣ ਚੰਦ ਬੇਦੀ ਸਾਹਿਬ ਦਾ ਘਰ ਸੀ। ਤੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲੱਗੇ, ਇੱਕ ਅਵਤਾਰੀ ਪੁਰਖ ਨੇ ਅਵਤਾਰ ਧਾਰਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਵਤਾਰ ਦਾ ਮਤਲਬ ਹੁੰਦਾ ਹੈ ਕਿ ਅਰਸ਼ਾਂ ਤੋਂ ਫਰਸ਼ ਤੇ ਉਤਰਨਾ, ਅਰਸ਼ਾਂ ਤੋਂ ਫਰਸ਼ ਤੇ ਉਤਰਨਾ ਅਵਤਾਰ ਦਾ ਮਤਲਬ ਹੈ। ਮਹਾਰਾਜ ਬਾਣੀ ਅੰਦਰ ਜ਼ਿਕਰ ਕਰਦੇ ਨੇ, ਔ ਤਰਿਆ ਅਵਤਾਰ ਲੈ ਸੋ ਪੁਰਖ ਸੁਜਾਨ, ਕਿ ਅਕਾਲ ਪੁਰਖ ਵਾਹਿਗੁਰੂ ਅਰਸ਼ਾਂ ਤੋਂ ਫਰਸ਼ ਤੇ ਉਤਰਿਆ, ਅਵਤਾਰ ਧਾਰਨ ਕੀਤਾ ਆ। ਫਿਰ ਮਹਾਰਾਜ ਕਹਿੰਦੇ ਆ, ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰੇ ਆਇਓ। ਤੇ ਜੇ ਸਾਦੇ ਹੱਥਾਂ 'ਚ ਪੁੱਛਣਾ ਤੇ ਭਗਤ ਕਬੀਰ ਸਾਹਿਬ ਆਂਦੇ ਆਪਾਂ ਸਾਰੇ ਹੀ ਅਵਤਾਰ ਧਾਰਿਆ। ਭਗਤ ਕਬੀਰ ਸਾਹਿਬ ਆਂਦੇ ਆ, ਅਵਤਾਰੇ ਆਏ ਕਹਾਂ ਤੁਮ ਕੀਨਾ, ਰਾਮ ਕੋ ਨਾਮ ਨਾ ਕਬਹੂ ਲੀਨਾ। ਭਗਤ ਕਬੀਰ ਸਾਹਿਬ ਆਂਦੇ ਆ, ਜਿੰਨੇ ਵੀ ਗ੍ਰਸਤੀ ਉਹ ਸਾਰੇ ਤੁਸੀਂ, ਪਰਮੇਸ਼ਰ ਨੇ ਤੁਹਾਨੂੰ ਅਵਤਾਰ ਬਣਾ ਕੇ ਭੇਜਿਆ, ਮਨੁੱਖਾ ਅਵਤਾਰ 'ਚ ਆਏ ਆਪਾਂ। ਸਾਡੇ ਵਿੱਚ ਪਰਮਾਤਮਾ ਦੀ ਅੰਸ਼ ਆ। ਅਵਤਾਰੇ ਆਏ, ਐ ਜੀਵ ਤੂੰ ਅਵਤਾਰ ਤੇ ਧਾਰ ਲਿਆ, ਤੇ ਮਨੁੱਖਾ ਜਨਮ ਦਾ ਅਵਤਾਰ ਧਾਰ ਕੇ ਦੱਸ ਕੀਤਾ ਕੀ ਆ, ਕੋਈ ਨੇਕੀ ਕੀ ਖੱਟੀ ਆ। ਅਵਤਾਰੇ ਆਏ ਕਹਾਂ ਤੁਮ ਕੀਨਾ, ਕੀ ਕੀਤਾ ਹੀ? ਤੇ ਆਪਾਂ ਜਵਾਬ ਦੇਣਾ, ਮੈਂ ਤੇ ਮਣਾ ਮੂੰਹ ਝੂਠ ਬੋਲਿਆ, ਬੇਸ਼ੁਮਾਰ ਨਿੰਦਾ ਕੀਤੀ, ਥੋੜੀ ਆ। ਬਦੀਆਂ ਰੱਜ ਰੱਜ ਕੇ ਕੀਤੀਆਂ, ਪਾਪ ਰੱਜ ਰੱਜ ਕੇ ਕੀਤੇ ਆ, ਨਸ਼ਿਆਂ ਦਾ ਕੋਈ ਤੋੜ ਨਹੀਂ ਛੱਡਿਆ, ਨਾਲੇ ਕਾਇਆਂ ਦਾ ਨਾਸ ਕੀਤਾ, ਨਾਲੇ ਆਪਣੇ ਘਰ ਦੀ ਵਿੱਤ ਦਾ ਨਾਸ ਕੀਤਾ, ਨਾਲੇ ਮਾਪਿਆਂ ਨੂੰ ਦੁੱਖ ਦਿੱਤਾ, ਨਾਲੇ ਸੁੱਖ ਨਾਲ ਜੀਵਨ ਸਾਥੀ ਨੂੰ ਦੁੱਖ ਦਿੱਤਾ, ਨਾਲੇ ਧੀਆਂ ਪੁੱਤਰਾਂ ਦਾ ਭਵਿੱਖ ਭੱਠੀ 'ਚ ਪਾਇਆ। ਇਦੋਂ ਤੇ ਹੋਰ ਕੀ ਕਰਨਾ। ਕਬੀਰ ਸਾਹਿਬ ਆਂਦੇ, ਅਵਤਾਰੇ ਆਏ ਕਹਾਂ ਤੁਮ ਕੀਨਾ, ਅਵਤਾਰ ਆਇਆ ਸੈਂ, ਪਰਮੇਸ਼ਰ ਨੇ ਭੇਜਿਆ ਸੀ। ਇੱਥੇ ਆ ਕੇ ਨੇਕੀ ਦਾ ਕੀ ਕੰਮ ਕੀਤਾ ਈ? ਨਾਮ ਜਪਿਆ ਈ, ਸੇਵਾ ਕੀਤੀ ਆ, ਸੰਗਤ ਕੀਤੀ ਆ। ਸਿੱਖ ਕੌਮ ਨੂੰ ਪਤਾ ਨਹੀਂ ਕੀ ਹੋ ਗਿਆ, ਸਿੱਖ ਕੌਮ ਨੂੰ ਪਤਾ ਨਹੀਂ ਕੀ ਹੋ ਗਿਆ, ਉਜੜ ਪੈ ਗਈ ਸਿੱਖ ਕੌਮ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਂਦੇ ਆ, ਤਿਤ ਜਾਏ ਬਹੁ ਸਤ ਸੰਗਤੀ। ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਸਤ ਸੰਗਤ ਜਾ ਕੇ ਬਹਿਣਾ। ਜਿੱਥੇ ਹਰ ਕਾ ਹਰ ਨਾਮ ਬਲੋਈਐ, ਸਤ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਨੂੰ ਰਿੜਕਣਾ। ਬਿਲਾਉਣ ਦਾ ਮਤਲਬ ਹੁੰਦਾ ਜਿਵੇਂ ਮਾਈਆਂ ਦੁੱਧ ਰਿੜਕਦੀਆਂ।
मैं बेनती करना, ਜਿਹੜੀ माँ चौंके विच मधानी पा के चाटी दे विच ते खलो के मधानी रिड़के, दसो है उम्मीद ना चाटी बचनी है, ना लस्सी, ना मक्खन, कुछ भी नहीं बचना है। इसे तरह साडा काम है, दुनिया अज पता नहीं कित्थे कित्थे तुरी फिरी है। महाराज ने आख्या तित जाए बहु सत संगति, गुरबाणी ने हुक्म किया सी सत संगत विच बहना। मेरे माधो जी सत संगत मिले सो तरिया, पर कौम कुराहे पै गई, अपनी मर्जी कर लगी। चार कू गुरु ग्रंथ साहब महाराज नूं पालकी च बहा के चार कू जीव जिहड़े ने वो पिंड दी ऐस गली च तुरे आ, चार कू औस नूं तुरे आ। महाराज किरपा करन के आपां सत संगत च बैठ के गुरबाणी दे फलसफे नूं समझ सकीए। तित जाए बहु सत संगति, जिथे हर का हर नाम बलोईए। ये गुरबाणी दे सिद्धांत नूं जिन्नी देर तक समझिए ना, उन्नी देर तक जिंदगी सवरदी नहीं। आपां भी अवतार आए हैं, पर अपने तो इस मनुखा जन्म का लाहा नहीं लिया गया। आपां घाटे च चल रहे हैं, दिन ब दिन घाटे च चल रहे हैं। एक ना एक दिन सफा चट हो जानी, अपने पल्ले कख भी नहीं पैना। अवतार का मतलब हुंदा है निर्गुण स्वरूप तो सरगुण रूप धारण करके अरशां तो फरशां तक आउणा, निरंकार दे सचखंड विचों इस मात लोक विच आउणा। माता त्रिपता दे घर च बालक ने अवतार धारिया। तुलसा दासी ते दौलतां दाई कोल ने। इन्हां ने जदों अवतार का समा आया तो इन्हां ने की कौतुक वेख्या कि घर दे विच इन्ना प्रकाश होया, इन्ना प्रकाश होया, इन्हां नूं कोई सोझ ही नहीं रही। वेख विडाण रहा विस्माद। बस वो अवतार वाली घटना वेखदियां सारे दोवें बीबियां विस्मादी अवस्था चलियां गईयां, दियां अखां चुंधिया गईयां। तां इन्नी देर नूं माता त्रिपता ने आवाज़ मारी, नहीं तुलसा नहीं दौलतां। जदों आवाज़ मारी तो चेतन सत्ता च आईयां, कहन लगे बालक नूं संभालो। तो इन्हां दोवां ने फिर ये बालक नूं संभालिया ते साफ करके, ते दौलतां दाई ने बच्चे नूं ना अपने दोवां हत्थां च इस तरह चुकिया। आ ध्यान दिओ सारे जने, दौलतां दाई ने इस बालक नूं अपने हत्थां दे उत्ते चुकिया आ ते चुकिया ते नीज ला के वेंदी पई आ। कहन लगी इन्ने बच्चियां नूं मैं जन्म दवाया, बड़े बच्चियां दी साਂਭ संभाल कीती है। ਜਿਹੜਾ बच्चा जन्म लैंदा ते जन्म वेले ਉਹਦੀਆਂ ਅੱਖਾਂ ਤੇ ਉਹਦੇ ਮੂੰਹ ਤੇ ਸਰੀਰ ਤੇ ਸੋਜਾ ਹੁੰਦਾ ਹੈ, ਇਸ ਬਾਲਕ ਦੇ ਤੇ ਸਰੀਰ ਨੂੰ ਸੋਜਾ ਹੀ ਨਹੀਂ ਹੈ। हैरान हो गई। कथा तुसां बहुत बार सुननी है, ध्यान दिओ। हुण नानक निरंकारी दा अवतार पुरब आ। कहन लगी सारे बच्चियां दे शरीर नूं सोजा हुंदा है, ਜਿਹੜਾ ਮਹਿਤਾ ਕਲਿਆਣ ਚੰਦ ਬੇਦੀ ਦੇ ਘਰ ਪੁੱਤਰ पैदा होया, ਇਹਦੇ चेहरे मोहरे ਤੇ सोजा ही नहीं है। ये कोई आम बच्चा नहीं, तो कोई अवतारी पुरुष है। फिर नीज ला के वेंदी है, ਜਿਹੜਾ भी बच्चा जन्म लैंदा गृहस्थियां दा, वो जन्म लैंदियां सार ਭੁੱਬਾਂ मार मार के रोंदा है। ते ਇਹਨੇ तो एक बार हुंगर भी नहीं भरी, रो के नहीं वेख्या है। ये कोई आम बच्चा नहीं, ये तो अवतारी पुरुष है। फिर नज़र मार के वेंदी, कहन लगी जिन्ने बच्चियां ने जन्म लिया तो मैं उन्हां दी साਂਭ संभाल कीती, उन्हां बच्चियां दे नेत्र बंद हुंदे आ ते इस दे ते जन्म लैंदियां सारी नेत्र खुले ने ते मेरे वाल मस्तानी नज़र नाल पिया वेखदा। किहड़ी नज़र सी वो? नानक नदरी नदर निहाल। गुरु नानक साहब ने पहले दिन जिहड़ी नज़र पाई है दौलतां दाई दे उत्ते पाई है। ऐसी नज़र पाई है दौलतां दाई ते उहदे यार बुखार भर दिते। ते फिर अगली गल वेंदी है ध्यान नाल, भी जिन्ने भी बच्चे जन्म लैंदे आ ना, उन्हां दियां मुठियां बंद हुंदियां ने। इहदे दोवां हत्थां दियां मुठियां खुलियां ने, इहदियां मुठियां बंद ही है नहीं। ये कोई आम बच्चा नहीं है, ते अवतारी पुरुष है। गुरु नानक साहब दियां दोवें तलियां इस तरह साफ, हथ खुले, मुठियां बंद नहीं सी है। क्यों नहीं सन है पता? सब निधान 10 अष्ट सिधान ठाकुर कर तल तरिया।
ਇਹ ਉਹ ਦਾਤਾ ਅੱਜ ਪ੍ਰਗਟ ਹੋਇਆ ਜਿਹਨੇ ਰਿਧੀਆਂ ਸਿੱਧੀਆਂ ਆਪਣੀਆਂ ਤਲੀਆਂ ਤੇ ਰੱਖੀਆਂ ਨੇ। ਜੇ ਕਿਤੇ ਸਿੱਖ ਮੰਗੇ ਤੇ ਕਿਤੇ ਚੁੱਕਦਿਆਂ ਦੇਂਦਿਆਂ ਫੜਦਿਆਂ ਦੇਰੀ ਨਾ ਲੱਗ ਜਾਏ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੇ ਵਿੱਚ ਦੇਰੀ ਨਾ ਲੱਗ ਜਾਏ। ਤੋ ਦੌਲਤਾਂ ਦਾਈ ਨੇ ਚਿਹਣ ਚੱਕਰ ਵੇਖਿਆ ਤੇ ਮਸਤਾਨੀ ਅਵਸਥਾ ਚਲੀ ਗਈ। ਤੇ ਮਾਤਾ ਤ੍ਰਿਪਤਾ ਜੀ ਆਂਦੇ ਆ ਦੌਲਤਾਂ ਜਾ ਜਾ ਕੇ ਬਾਹਰ ਖਬਰ ਤੇ ਦੇ। ਤਾਂ ਦੌਲਤਾਂ ਨੇ ਇਸ ਬੱਚੇ ਨੂੰ ਬੜੇ ਅਦਬ ਦੇ ਨਾਲ ਲਪੇਟ ਕੇ ਨਾ ਮਾਤਾ ਤ੍ਰਿਪਤਾ ਦੀ ਖੱਬੀ ਵੱਖੀ ਨਾਲ ਪਾ ਦਿੱਤਾ ਆ। ਖੱਬੀ ਵੱਖੀ ਨਾਲ ਪਾ ਦਿੱਤਾ ਤੇ ਮਾਤਾ ਤ੍ਰਿਪਤਾ ਨੇ ਆਪਣੀ ਤਸ਼ੀਰ ਪਿਆਈ ਆ। ਹੁਣ ਨਾਨਕ ਨਿਰੰਕਾਰੀ ਨੇ ਆਪ ਮਾਂ ਦੀ ਤਸ਼ੀਰ ਪੀਤੀ ਤੇ ਆਪ ਹੀ ਦੂਜੇ ਰਾਗ ਮਾਝ ਰਾਗ ਦੀ ਵਾਰ ਵਿੱਚ ਬਚਨ ਲਿਖਦੇ ਆ, ਪਹਿਲੇ ਪਿਆਰ ਲੱਗਾ ਥਣ ਦੁੱਧ। ਜਦੋਂ ਉਹ ਤਸ਼ੀਰ ਪੀਣ ਲੱਗੇ, ਅਖੀਰੇ ਆਧਾਰ ਬਾਰਕ ਜਬ ਹੋਤਾ ਬਿਨ ਖੀਰਾ ਰਹਿਣ ਨਾ ਜਾਈ। ਉਹ ਨਾਨਕ ਨਿਰੰਕਾਰੀ ਮਾਂ ਦੀ ਤਸ਼ੀਰ ਪਿਆ ਪੀਂਦੇ ਆ ਤੇ ਦੌਲਤਾਂ ਦਾਈ ਜਿਹੜੀ ਹੈ ਵਾਜੈ ਪਵਨ ਆਖੈ ਸਭ ਜਾਏ। ਜੇ ਘਰ ਵਿੱਚ ਪੁੱਤਰ ਪੋਤਰਾ ਦੋਤਰਾ ਪੈਦਾ ਹੋਵੇ ਤੇ ਉਹਦੀ ਖੁਸ਼ੀ ਹੁੰਦੀ ਹੈ, ਪਰ ਖੁਸ਼ੀ ਦੇ ਪਿੱਛੇ ਦੋ ਤਿੰਨ ਗੱਲਾਂ ਛੁਪੀਆਂ ਹੁੰਦੀਆਂ। ਜੇ ਘਰ ਪੁੱਤਰ ਪੋਤਰਾ ਦੋਤਰਾ ਪੈਦਾ ਹੋਇਆ, ਜੇ ਜਨਮ ਦੇਣ ਵਾਲੀ ਮਾਂ ਠੀਕ ਹੋਵੇ ਤਾਂ ਵਧਾਈਆਂ ਚੰਗੀਆਂ ਲੱਗਦੀਆਂ। ਜੇ ਜਨਮ ਲੈਣ ਵਾਲਾ ਪੁੱਤਰ ਪੋਤਰਾ ਦੋਤਰਾ ਦਰੁਸਤ ਹੋਵੇ ਤਾਂ ਲੋਕਾਂ ਦੀ ਦਿੱਤੀ ਹੋਈ ਵਧਾਈ ਚੰਗੀ ਲੱਗਦੀ ਹੈ। ਜੇ ਦੋਵਾਂ ਦੇ ਵਿੱਚੋਂ ਇੱਕ ਵੀ ਢਿੱਲ ਮੱਠ ਹੋਵੇ, ਕਈ ਵਾਰ ਮਾਂ ਨੂੰ ਦਿੱਕਤ ਆ ਜਾਂਦੀ ਹੈ। ਕਈ ਵਾਰ ਬੱਚਾ ਹੀ ਜਿਹੜਾ ਕੁਝ ਦਿਨ ਪਹਿਲਾਂ ਜਨਮ ਲੈ ਲੈਂਦਾ, ਬੱਚੇ ਦੇ ਕੋਈ ਨਾ ਪ੍ਰੋਬਲਮ ਹੁੰਦੀ ਹੈ। ਤੇ ਜੇ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੋਵੇ ਤਾਂ ਉਦੋਂ ਫਿਰ ਖੁਸ਼ੀ ਜਿਹੜੀ ਉਹ ਓਨੀ ਖੁਸ਼ੀ ਨਹੀਂ ਹੁੰਦੀ ਜਿੰਨੀ ਪੁੱਤਰ ਪੋਤਰੇ ਦੋਤਰੇ ਦੀ ਹੋਣੀ ਚਾਹੀਦੀ ਹੈ। ਮਨ ਜਿਹੜਾ ਭੈ ਪੀਤ ਹੁੰਦਾ ਵੀ ਬੱਚੇ ਨੂੰ ਕੋਈ ਦਿੱਕਤ ਆ ਗਈ, ਕਿਤੇ ਕੋਈ ਵਾਧ ਘਾਟ ਨਾ ਹੋ ਜਾਏ। ਤੋ ਮਾਤਾ ਤ੍ਰਿਪਤਾ ਨੇ ਆਖਿਆ ਜਾ ਜਾ ਕੇ ਬਾਹਰ ਖਬਰ ਦੇ। ਦੌਲਤਾਂ ਦਾਈ ਨੇ ਵੇਖਿਆ ਵੀ ਜਨਮ ਦੇਣ ਵਾਲੀ ਮਾਂ ਵੀ ਤੰਦਰੁਸਤ ਆ, ਉਹਦੇ ਸਵਾਸ ਬਹੁਤ 9/9 ਚੱਲਦੇ ਪਏ ਨੇ। ਜਨਮ ਲੈਣ ਵਾਲਾ ਬਾਲਕ ਵੀ ਬਿਲਕੁਲ ਦਰੁਸਤ ਆ, ਉਹਦੇ ਨੇਤਰ ਖੁੱਲੇ ਨੇ, ਮੁਸਕਰਾ ਰਿਹਾ, ਹੱਥ ਉਹਦੇ ਖੁੱਲੇ ਨੇ, ਪਿੰਡੇ ਨੂੰ ਸੋਜਾ ਕੋਈ ਨਹੀਂ ਹੈ ਤੇ ਬੜਾ ਚਿਹਰੇ ਦੇ ਉੱਤੇ ਨੂਰ ਹੀ ਨੂਰ ਚਮਕਦਾ ਪਿਆ। ਸਾਰੇ ਅਲੌਕਿਕ ਕੌਤਕ ਵੇਖ ਕੇ ਨਾ ਦੌਲਤਾਂ ਦਾਈ ਜਿਹੜੀ ਅੰਦਰੋਂ ਗਈ ਹੈ ਬਾਹਰ। ਵਾਜੈ ਪਵਨ ਮਾਂ ਦੇ ਸਵਾਸ ਚੱਲਦੇ ਵੇਖੇ, ਪੁੱਤਰ ਦੇ ਸਵਾਸ ਚੱਲਦੇ ਵੇਖੇ, ਵੇਖਿਆ ਵੀ ਬੱਚਾ ਰੋਇਆ ਨਹੀਂ, ਮਾਂ ਦੀ ਤਸੀਰ ਪਿਆ ਪੀਂਦਾ ਤੇ ਮਾਂ ਦੁੱਧ ਪਿਆਲ ਰਹੀ ਹੈ। ਤੇ ਕਹਿਣ ਲੱਗੇ ਫਿਰ ਜਾ ਕੇ ਨਾ ਵਾਜੈ ਪਵਨ ਆਖੈ ਸਭ ਜਾਏ। ਜਿਹੜੇ ਬਾਹਰ ਵਿਹੜੇ 'ਚ ਬੈਠੇ ਸਨ ਨਾ, ਮਹਿਤਾ ਕਲਿਆਣ ਚੰਦ ਬੇਦੀ ਸਾਹਿਬ ਤੇ ਛੋਟਾ ਭਰਾ ਲਾਲ ਚੰਦ ਬੇਦੀ ਸਾਹਿਬ ਬੈਠੇ ਸਨ, ਹੋਰ ਪਰਿਵਾਰ ਦੇ ਮੈਂਬਰ ਬੈਠੇ ਸਨ। ਉਹਨਾਂ ਨੂੰ ਜਾ ਕੇ ਦੌਲਤਾਂ ਦਾਈ ਨੇ ਕੀ ਆਖਿਆ, ਹੱਲੇ ਯਾਰਾ ਖੁਸ਼ਖਬਰੀ। ਆਖਿਆ ਮਹਿਤਾ ਜੀ ਵਧਾਇਓ, ਤੁਹਾਡੇ ਘਰ ਪੁੱਤਰ ਪੈਦਾ ਹੋਇਆ। ਜਨਮ ਦੇਣ ਵਾਲੀ ਮਾਂ ਵੀ ਤੰਦਰੁਸਤ ਆ, ਜਨਮ ਲੈਣ ਵਾਲਾ ਬਾਲਕ ਵੀ ਤੰਦਰੁਸਤ ਆ। ਤਾਂ ਮਹਿਤਾ ਕਲਿਆਣ ਚੰਦ ਬੇਦੀ ਨੇ ਆਖਿਆ ਦੌਲਤਾਂ ਤੂੰ ਪੁੱਤਰ ਦੇ ਜਨਮ ਦੀ ਖੁਸ਼ਖਬਰੀ ਆ ਕੇ ਸੁਣਾਈਏ, ਜੋ ਮੰਗਿਆ ਜਾਂਦਾ ਉਹ ਮੰਗ ਲਾ। ਤੇ ਦੌਲਤਾਂ ਦਾਈ ਕਹਿਣ ਲੱਗੀ ਮਹਿਤਾ ਜੀ ਤੇਰੇ ਪੁੱਤਰ ਦੇ ਜਨਮ ਤੋਂ ਪਹਿਲਾਂ ਤੇ ਮੇਰੇ ਮਨ 'ਚ ਬੜੀਆਂ ਰੀਝਾਂ ਸਨ ਵੀ 10 ਪਿੰਡਾਂ ਦੀ ਜ਼ਗੀਰ ਦਾ ਕਾਰਦਾਰ ਆ ਮਹਿਤਾ ਕਲਿਆਣ ਚੰਦ ਬੇਦੀ, ਕਿ ਇਹਦੇ ਕੋਲੋਂ ਕੱਪੜਾ ਪੈਸਾ ਗਹਿਣੇ ਆਦਿਕ ਮੈਂ ਬਹੁਤ ਵੱਡੀ ਤਾਦਾਦ 'ਚ ਲਵਾਂਗੀ। ਪਰ ਕਹਿਣ ਲੱਗੀ ਜਿਸ ਵੇਲੇ ਤੇਰੇ ਪੁੱਤਰ ਨੇ ਮੇਰੇ ਵੱਲ ਸਵੱਲੀ ਨਜ਼ਰ ਭਰ ਕਰਕੇ ਵੇਖਿਆ ਨਾ, ਨਾਨਕ ਨਦਰੀ ਨਦਰ ਨਿਹਾਲ, ਉਸ ਵੇਲੇ ਮੇਰੇ ਮਨ ਦੀਆਂ ਸਾਰੀਆਂ ਵਾਸ਼ਨਾਵਾਂ ਮਿਟ ਗਈਆਂ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਹੁਣ ਮੈਨੂੰ ਦੁਨਿਆਵੀ ਕਿਸੇ ਚੀਜ਼ ਦੀ ਲੋੜ ਅਵਸ਼ਕਤਾ ਨਹੀਂ ਰਹੀ ਹੈ। ਜਦੋਂ ਇੰਨੀ ਗੱਲ ਸੁਣੀ ਕਹਿਣ ਲੱਗੇ ਚੱਲ ਕੋਈ ਨਾ, ਜੇ ਤੂੰ ਵੇਖ ਦਰਸ਼ਨ ਕੀਤੇ ਨੇ ਠੀਕ ਹੈ, ਜੋ ਕੁਝ ਮੰਗਿਆ ਇਹਦਾ ਮੰਗ ਲਾ। ਆਂਦੀ ਨਾ ਬਸ ਹੁਣ ਜੇ ਕੁਝ ਦੇਣਾ ਚਾਹੁੰਦਾ ਤੇ ਮੇਰੀ ਇੱਕ ਬੇਨਤੀ ਆ ਵੀ ਤੂੰ 10 ਪਿੰਡਾਂ ਦੀ ਜ਼ਗੀਰ ਦਾ ਕਾਰਦਾਰ, ਤੇਰੇ ਘਰ ਪੁੱਤਰ ਪੈਦਾ ਹੋਇਆ, ਭਲੇ ਵਾਸਤੇ ਤੁਸਾਂ ਹੁਣ ਬੰਦਸ਼ਾਂ ਲਾਉਣੀਆਂ ਨੇ ਵੀ ਜਣਾ ਖਣਾ ਬੰਦਾ ਅੰਦਰ ਨਾ ਆਵੇ। ਅਮਾਈਆਂ ਇਸ ਤਰ੍ਹਾਂ ਹੀ ਕਰਦੀਆਂ
बाहर अग बाल के रख देंदियां, सराहने पुट्ठा तवा मार देंदियां, पैंद नूं जंदरा मार देंदियां कि जिहड़ा बाहरों आवे वो पैर मूँह धो के आवे, जुत्ती झाड़ के अंदर आवे, जिहड़ा आवे पहलां बाहर बवे फिर हौली हौली अंदर आवे। बंदिशां लग जांदियां ने ना। दौलतां दाई कहंदी भी तेरे घर जन्मिया पुत्तर, तेरे पुत्तर दे चेहरे वल वेख्या नहीं जांदा ते तुसां हुण लाउणीआं पाबंदियां। जे कुछ मैनू ये खबर खुशखबरी दे बदले देना चाहुंदा तां मेरी एक बेनती है, मैनू आउण जाण तो रोकिओ ना। आखो सतनाम श्री वाहिगुरू। मेरी तो आ मंग आ। कहन लगे ठीक आ। तो फिर इस तो बाद पंडित रदियाल जियां नूं सद्दिया गया भी लियाओ साडे पुत्तर दी जन्म पत्री बनाओ। ये सनातन मत चलदा आ रहा सी, उहदी रौह रीति दे मुताबक ही सारी क्रिया होनी सी। पंडित रदियाल जियां नूं पता लगा, वो आए ते मेहता कल्याण चंद बेदी दे घर पुत्तर जन्मिया। सारे राय भोए दी तलवंडी दे विच खबर फैल गई। जदों खबर फैली तो सारियां माइयां जिहड़ियां मंगलीक चीज़ां लैके माता तृप्ता जियां नूं वधाई देण वास्ते आ रही। किसी ने भांडा दुध दा भरिया, किसी ने गुड़ दी पेसी लई, किसी ने केसर लिया, किसी ने शक्कर घ्यो लिया, किसी ने कपड़े चुके, किसी ने माया, किसी ने सोना आदि मंगलीक चीज़ां लैके मेहता कल्याण चंद बेदी दे घर वधाई देण पहुँचे। तो इधर मेहता कल्याण चंद बेदी जिहड़ा बेशुमार गरीबां नूं दान दे रहा है, उधरों पंडित रदियाल जी आए तो आके जदों मेहता कल्याण चंद बेदी नूं वधाई दित्ती तो अगों उन्होंने आख्या अकाल पुरख वाहिगुरू तुहानूं भी वधाए। एक बेनती जे किसी भैन भरा दे घर कोई खुशी होवे ना तो उहदी खुशी वेख के सड़ीदा नहीं हुंदा। जे किते घर पुत्र पोतरा पैदा होवे, किसी नूं कोई खुशी मिले तो उन्होंने वधाई देनी चाहिए। क्यों देनी चाहिए? नुकता नोट कर लियो, दोबारा किते इकट्ठे होइए कि ना होइए। मन लो कि तुहाडे घर पुत्र पैदा होया ते तुहानूं इन्ना चाਅ आ पुत्र दा कि तुहाडा मन जिहड़ा गदा गद होया, तुहाडा मन ऐन प्रसन्न आ ते मैं तुहानूं दित्ती वधाई भी सरदार जी वधाइओ तुहाडे घर पुत्र पैदा होया। मैं भावें उपरों उपरों वधाई दित्ती है भी मन मेरा खुश नहीं, पर फारमैलिटी पूरी की है। मैं ओपरे मन नाल आख्या भी सरदार जी वधाई तुहाडे घर पुत्र पैदा होया, पर तुसी तां सच्चे हो ना, अंदरों तुहानूं रब ने दात दित्ती, तुहाडा मन बिल्कुल खुश है। तुसां अगों की कहना भी परमात्मा तुहानूं भी वधाए, कि तुहानूं भी सवा वधाई रब तुहानूं भी वधाए। आपां भावें ओपरे मन नाल वधाई दित्ती है, पर जिहदे घर पुत्र पोतरा होया वो रोम रोम करके खुशी है, उन्हें रोम रोम करके तुहानूं आखना रब तुहानूं भी वधाए। फायदा किनूं होना? आपां नूं फायदा होना। जे किसी दे घर पुत्र पैदा होवे, किदा धी पुत्र विआहया जाए, किदा बच्चा कोई नौकरी लग जाए, किसी दा देश परदेश चला जाए तो उन्होंने वधाई दिओ, उहदी खुशी विच शरीक होवो। अगला सच्चे सुच्चे मन नाल आंदा रब तुहानूं भी वधाए। जे बाल कंध नाल मारीए गेंद तो मुड़ के अपने कोल ही आउणी है ना। ये नुकता जे किसी दी खुशी वेख के सड़ी दा नहीं हुंदा, सगों उहदी खुशी दे विच शरीक होना चाहिए। तो अगला भी दुआ दिंदा ते रब जिहड़ा है जियां विच ही वसदा, फिर मालक सानू भी रहमतां करदा। पंडित रदियाल जियां ने वधाई दित्ती। मेहता कल्याण चंद बेदी ने आख्या तुसी रब दी बंदगी करन वाले हो, तुहाडीआं दुआवां नाल साडे घर रौनकां लगियां। कहन लगे लियाओ तुहाडे पुत्र दी पत्री बनाईए। कहन लगे जिस वेले जन्म होया उस वेले जिहड़ा कोल बंदा सी उहनूं बुलाओ। कहन लगे दौलतां दाई कोल सी जां तुलसां दासी सी कोल? दोवां नूं सद्दिया गया। पंडित रदियाल जी पुछदे दसो समां किहड़ा सी? ते इन्हां ने आख्या जी अमृत वेला सी। अमृत वेला सच नौ वडियाई विचार। अमृत वेले का समा सी, पंछी चीक रहे सी, चिड़ी चूकी पौ फुट्टी, वगण बहुत तरंग। तो रब दे प्यारे परमेश्वर का नाम जप रहे सन उस वेले। अमृत वेले का समा सी, पंडित रदियाल ने लिख लिया। फिर उस तो बाद कहन लगे जो जन्म होया उदों की घटना घटी? दौलतां दाई कहन लगी भी जदों ये बच्चे ने अवतार धारिया उस वेले कमरे विच उस कोठड़ी विच
ਇੰਨਾ ਪ੍ਰਕਾਸ਼ ਹੋਇਆ, ਇੰਨਾ ਪ੍ਰਕਾਸ਼ ਹੋਇਆ, ਸਾਨੂੰ ਕੁਝ ਵੀ ਦਿਸਿਆ ਭਾਲਿਆ ਨਹੀਂ। ਸਾਡੀਆਂ ਅੱਖਾਂ 'ਚ ਹੁੰਦੇ ਆ ਗਈਆਂ, ਸਾਨੂੰ ਕੁਝ ਵੀ ਨਜ਼ਰ ਨਹੀਂ ਆਇਆ ਹੈ। ਕਹਿਣ ਲੱਗੇ ਫਿਰ ਮਾਤਾ ਨੂੰ ਤਾਂ ਪਤਾ ਹੋਵੇਗਾ ਜਿਹਨੇ ਬੱਚੇ ਨੂੰ ਜਨਮ ਦਿੱਤਾ। ਆਹ ਬੜੀ ਪਤੇ ਦੀ ਗੱਲ ਆ। ਮਾਤਾ ਤ੍ਰਿਪਤਾ ਜੀ ਨੂੰ ਪੁੱਛਿਆ, ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਜਦੋਂ ਇਸ ਮੇਰੇ ਪੁੱਤਰ ਨੇ ਜਨਮ ਲਿਆ ਨਾ, ਉਦੋਂ ਮੈਨੂੰ ਪ੍ਰਸਤੂਤ ਦੀ ਪੀੜਾ ਨਹੀਂ ਵਿਆਪੀ ਹੈ। ਆਪਾਂ ਵਾ ਨਾ ਜਿਹੜੇ ਆਪਾਂ ਜਨਮ ਵੇਲੇ, ਜਨਮ ਲੈਣ ਵੇਲੇ ਮਾਂ ਨੂੰ ਦੁੱਖ ਦਿੱਤਾ ਤੇ ਆਪ ਦੁਖੀ ਹੋਏ ਆ ਜਨਮ ਲੈਣ ਲੱਗਿਆ। ਸਾਰਿਆਂ ਦੀ ਗੱਲ ਆ ਇਹ। ਤੇ ਜਨਮ ਲੈਣ ਤੋਂ ਬਾਅਦ ਵੀ ਜਿਹੜੇ ਬੱਚੇ ਮਾੜੇ ਨਿਕਲੇ ਉਹ ਮਾਪਿਆਂ ਨੂੰ ਫਿਰ ਦੁੱਖ ਦੇ ਰਹੇ ਆ। ਨਸ਼ਈ ਤੇ ਵਿਸ਼ਈ ਬਦੀ ਕਰਨ ਵਾਲੇ ਮਾਪਿਆਂ ਦਾ ਲਹੂ ਪੀਂਦੇ ਪਏ ਆ। ਜਿੱਦਣ ਆਪਾਂ ਦੁਨੀਆ ਤੋਂ ਜਾਣਾ, ਆਪਾਂ ਵੀ ਦੁਖੀ ਹੋਣਾ ਜਾਣ ਲੱਗਿਆ, ਸਰੀਰ ਛੱਡਣ ਲੱਗਿਆ। ਤੇ ਜਦੋਂ ਜਾਣਾ ਆਪਣੇ ਮਾਂ ਪਿਓ ਨੂੰ ਫਿਰ ਦੁਖੀ ਕਰਕੇ ਜਾਣਾ। ਸਾਡੀ ਆਹ ਫਿਤਰਤ ਆ। ਮਾਤਾ ਤ੍ਰਿਪਤਾ ਕਹਿਣ ਲੱਗੇ ਮੇਰੇ ਪੁੱਤਰ ਨੇ ਜਨਮ ਵੇਲੇ ਮੈਨੂੰ ਪ੍ਰਸਤੂਤ ਦੀ ਪੀੜਾ ਨਹੀਂ ਦਿੱਤੀ ਹੈ। ਪੰਡਤ ਹਰਦਿਆਲ ਕਹਿਣ ਲੱਗੇ ਹੈਰਾਨੀ ਦੀ ਗੱਲ ਆ। ਦੂਜੀ ਗੱਲ ਲੱਗੀ ਦੱਸੋ। ਦੌਲਤਾਂ ਦਾਈ ਕਹਿਣ ਲੱਗੀ ਪੰਡਤ ਜੀ ਜਿੰਨੇ ਬੱਚਿਆਂ ਨੇ ਜਨਮ ਲਿਆ ਤੇ ਅਸਾਂ ਬਚਨ ਜਨਮ ਵੇਲੇ ਉਹਨਾਂ ਦੀ ਸੇਵਾ ਸੰਭਾਲ ਕੀਤੀ ਹੈ, ਉਹਨਾਂ ਬੱਚਿਆਂ ਦੇ ਸਰੀਰ ਨੂੰ ਸੋਝਾ ਹੁੰਦਾ, ਪਰ ਇਸ ਬਾਲਕ ਦੇ ਸਰੀਰ ਨੂੰ ਸੋਝਾ ਨਹੀਂ ਹੈ। ਜਿੰਨੇ ਬੱਚਿਆਂ ਨੂੰ ਜਨਮ ਦਿਵਾਇਆ ਉਹਨਾਂ ਬੱਚਿਆਂ ਦੇ ਨੇਤਰ ਬੰਦ ਹੁੰਦੇ ਨੇ, ਇਹਦੇ ਨੇਤਰ ਖੁੱਲੇ ਸਨ। ਜਿੰਨੇ ਬੱਚਿਆਂ ਦਾ ਜਨਮ ਦਿਵਾਇਆ ਉਹ ਜਨਮ ਵੇਲੇ ਰੋਂਦੇ ਨੇ, ਇਹ ਮੁਸਕਰਾ ਰਿਹਾ ਸੀ। ਜਿੰਨੇ ਬੱਚਿਆਂ ਦਾ ਜਨਮ ਦਿਵਾਇਆ ਤੇ ਉਹਨਾਂ ਦੀ ਸੇਵਾ ਸੰਭਾਲ ਕੀਤੀ ਹੈ ਉਹ ਰੋਂਦੇ ਨੇ ਤੇ ਮੁਸਕਰਾ ਰਿਹਾ ਸੀ। ਜੋ ਸਾਰੀਆਂ ਗੱਲਾਂ ਦਸੀਆਂ ਪੰਡਤ ਹਰਦਿਆਲ ਜੀ ਨੇ ਪੱਤਰੀ ਬਣਾ ਕੇ ਆਖਿਆ ਮਹਿਤਾ ਕਲਿਆਣ ਚੰਦ ਬੇਦੀ ਤੇਰੇ ਘਰ ਜਿਹੜਾ ਪੁੱਤਰ ਪੈਦਾ ਹੋਇਆ ਕੋਈ ਆਮ ਪੁੱਤਰ ਨਹੀਂ ਹੈ, ਇਹ ਬੜਾ ਪ੍ਰਤਾਪੀ ਪੁੱਤਰ ਪੈਦਾ ਹੋਇਆ। ਇਹ ਅਵਤਾਰੀ ਹੈ, ਨਿਰੰਕਾਰ ਦੀ ਜੋਤ ਨੇ ਤੇਰੇ ਘਰ ਪ੍ਰਵੇਸ਼ ਕੀਤਾ ਹੈ। ਜਿੰਨੀ ਦੇਰ ਤੱਕ ਤੂੰ ਹੈ ਤੇ ਆਪਣੇ ਪੁੱਤਰ ਦਾ ਕਦੇ ਮੂੰਹ ਨਾ ਫਟਕਾਰੀ, ਆਪਣੇ ਪੁੱਤਰ ਨੂੰ ਕਦੇ ਝਿੜਕੀ ਨਾ। ਤੇਰੇ ਘਰ ਪੁੱਤਰ ਨਹੀਂ, ਤੇਰੇ ਘਰ ਰੱਬ ਪੈਦਾ ਆਇਆ, ਇਹਨੂੰ ਝਿੜਕੀ ਨਾ, ਮਾਰੀ ਨਾ। ਕਹਿਣ ਲੱਗੇ ਤੇਰਾ ਪੁੱਤਰ ਬੜਾ ਪ੍ਰਤਾਪੀ ਹੈ ਤੇ ਇਹਦੇ ਸਿਰ ਦੇ ਉੱਤੇ ਚੌਰ ਝੁੱਲੇਗਾ, ਛਤਰ ਝੁੱਲੇਗਾ। ਤੇਰਾ ਪੁੱਤਰ ਜਿਹੜਾ ਸਾਰੀ ਦੁਨੀਆ ਦੇ ਭਵ ਸਾਗਰ ਦਾ ਮਲਾਹ ਬਣੇਗਾ। ਤੇਰੇ ਪੁੱਤਰ ਦਾ ਇੱਕ ਵੱਖਰਾ ਪੰਥ ਚੱਲੇਗਾ। ਤੇਰੇ ਪੁੱਤਰ ਦੀ ਦੇਵਤੇ, ਮਨੁੱਖ, ਪਸ਼ੂ, ਪੰਛੀ, ਹਵਾਵਾਂ, ਪਾਣੀ ਜਿਹੜੇ ਨੇ ਉਹ ਹੁਕਮ ਮੰਨਿਆ ਕਰਨਗੇ। ਇਹ ਜਦੋਂ ਸਾਰੀ ਪੱਤਰੀ ਬਣਾਤੀ ਤਾਂ ਪੰਡਤ ਹਰਦਿਆਲ ਜੀਆਂ ਨੂੰ ਦਾਨ ਦਕਸ਼ਣਾ ਦਿੱਤੀ, ਮਾਇਆ ਦਿੱਤੀ ਦਾਨ ਵਿੱਚ, ਤੇ ਆਖਿਆ ਸਾਡੇ ਪੁੱਤਰ ਦਾ ਨਾਂ ਰੱਖੋ। ਕਹਿਣ ਲੱਗੇ ਇਹਦਾ ਨਾਂ ਰੱਖਾਂਗੇ ਛਠੀ ਵਾਲੇ ਦਿਨ। ਆ ਬਿਹਾਰੀਆਂ ਦਾ ਤਿਉਹਾਰ ਹੈ ਛਠੀ ਦਾ ਦਿਨ, ਛਠ ਦਾ ਤਿਉਹਾਰ। ਛਠੀ ਵਾਲੇ ਦਿਨ ਪੰਡਤ ਹਰਦਿਆਲ ਜੀਆਂ ਨੇ ਫਿਰ ਮਹਿਤਾ ਕਲਿਆਣ ਚੰਦ ਬੇਦੀ ਦੇ ਘਰ ਪੈਦਾ ਹੋਏ ਪੁੱਤਰ ਦਾ ਨਾਮ ਵੱਡੀ ਭੈਣ ਦੇ ਨਾਲ ਰਲਦਾ ਮਿਲਦਾ ਰੱਖਿਆ। ਭੈਣ ਨਾਨਕੀ ਨਾਂ ਰੱਖਿਆ ਤੇ ਨਾਂ ਰੱਖਿਆ ਨਾਨਕ। ਨਾਨਕ ਨਾਂ ਰੱਖਿਆ ਤੇ ਨਾਨਕ ਨਾਂ ਰੱਖ ਕੇ ਤੇ ਸ਼ਗਨ ਮਨਾਏ ਗਏ। ਤੇ ਐਸੇ ਦੀਨ ਦਿਆਲ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਅੱਜ ਪ੍ਰਕਾਸ਼ ਦਿਹਾੜਾ ਤੁਸਾਂ ਸਾਰੀਆਂ ਸੰਗਤਾਂ ਨੇ ਮਨਾਇਆ। ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਹੁਣ ਆਈ ਗੱਲ ਨਾਨਕ ਨਾਮ ਦੀ। ਬਾਣੀ ਵਿੱਚ ਤੁਸੀਂ ਪੜ੍ਹਿਆ ਹੈ, ਪਾਠ ਆਉਂਦਾ ਹੈ ਜਨ ਨਾਨਕ ਕਹੋ ਨਾਨਕ ਕਹਿ ਨਾਨਕ ਜਾਂ ਬਾਬਾ ਨਾਨਕ। ਕੀ ਬਾਣੀ ਦੇ ਅੰਦਰ ਉਹ ਨਾਮ ਪੂਰਾ ਲਿਖਿਆ ਜਿਹੜਾ ਤੁਹਾਡੇ ਘਰ ਫੋਟੋਆਂ ਦੇ ਥੱਲੇ ਲਿਖਿਆ ਧੰਨ ਧੰਨ ਗੁਰੂ ਨਾਨਕ ਦੇਵ ਜੀ? ਇਹ ਜਿਹੜਾ ਬਚਨ ਆ ਬਾਣੀ ਦੇ ਵਿੱਚ ਲਿਖਿਆ ਹੋਇਆ। ਮੈਂ ਮੰਗਲ ਪੜ੍ਹਿਆ ਸੀ, ਜਿਹੜੇ ਸਮਝਣ ਵਾਲੇ ਉਹ ਸਮਝ ਗਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕਾਨੜਾ ਰਾਗ ਆ, ਰਾਗ 28ਵਾਂ ਰਾਗ ਹੈ। ਉਹਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਆ ਦਰਸ਼ਨ ਪਿਆਸ ਬਹੁਤ ਮਨ ਮੇਰਾ ਮਿਲ ਗੁਰ ਨਾਨਕ ਮਿਲ ਨਾਨਕ ਦੇਵ ਜਗਤ ਗੁਰ ਕੇਰਾ। ਇੱਥੇ ਪਾਠ ਆਇਆ ਮਿਲ ਨਾਨਕ ਦੇਵ ਜਗਤ ਗੁਰ ਕੇਰਾ। ਗੁਰ ਸ਼ਬਦ ਪਿੱਛੇ ਲਿਖਿਆ
ਨਾਨਕ ਦੇਵ ਅੱਗੇ ਲਿਖਿਆ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ 25ਵੇਂ ਰਾਗ ਬਸੰਤ ਰਾਗ ਵਿੱਚ ਜਦੋਂ ਭਗਤਾਂ ਦਾ ਸ਼ਬਦ ਉਚਾਰਨ ਕੀਤਾ ਨਾ, ਵੱਖੋ ਵੱਖਰੇ ਭਗਤਾਂ ਦਾ ਨਾਂ ਲੈ ਕੇ ਵਡਿਆਈ ਕੀਤੀ ਹੈ, ਤੇ ਅੰਤ ਵਾਲੇ ਬੰਦ ਵਿੱਚ ਲਿਖਦੇ ਨੇ, ਰਵਿਦਾਸ ਧਿਆਏ ਪ੍ਰਭ ਅਨੂਪ, ਗੁਰ ਨਾਨਕ ਦੇਵ ਗੋਬਿੰਦ ਰੂਪ। ਆਹ ਪੰਕਤੀ ਹੈ 25ਵੇਂ ਰਾਗ ਦੀ, ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੈ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਖੱਬੇ ਅੰਗ ਦੇ ਉੱਤੇ ਪ੍ਰਕਾਸ਼ ਆ, ਉੱਥੇ ਲਿਖਿਆ ਗੁਰ ਨਾਨਕ ਦੇਵ ਗੋਬਿੰਦ ਰੂਪ। ਵੈਸੇ ਨਾਂ ਗੁਰੂ ਨਾਨਕ ਸਾਹਿਬ ਦਾ ਨਾਨਕ ਰੱਖਿਆ ਗਿਆ, ਪਰ ਬਾਣੀ ਦੇ ਵਿੱਚ ਪੂਰਾ ਨਾਂ ਆ ਗੁਰੂ ਨਾਨਕ ਦੇਵ। ਮੈਂ ਜਿੱਥੋਂ ਵਿਚਾਰ ਸ਼ੁਰੂ ਕੀਤੀ ਸੀ, ਭੱਟੀ ਰਾਜਪੂਤ ਭੋਏ ਨੇ ਆਪਣਾ ਧਰਮ ਤਿਆਗ ਕੇ ਇਸਲਾਮ ਮਤ ਧਾਰਨ ਕੀਤਾ। ਗੱਲ ਮਾੜੀ ਹੈ, ਆਪਣਾ ਧਰਮ ਨਹੀਂ ਛੱਡਣਾ ਚਾਹੀਦਾ, ਪਰ ਜਿਹੜੀ ਤਾਂ ਬੇਧਰਮੇ ਹੋ ਕੇ, ਭਾਵ ਇਸਲਾਮ ਮਤ ਵਿੱਚ ਧਰਮੀ ਹੋ ਕੇ 10 ਪਿੰਡਾਂ ਦੀ ਜਗੀਰ ਹਾਸਲ ਕੀਤੀ, ਤੇ ਸਮਾਂ ਚੱਲਦਾ ਗਿਆ ਤੇ ਸ਼ਿਵਰਾਮ ਬੇਦੀ ਨੂੰ ਕਾਰਦਾਰ ਲਾਇਆ। ਅੱਗੋਂ ਦਾ ਪੁੱਤਰ ਕਲਿਆਣ ਚੰਦ ਬੇਦੀ ਕਾਰਦਾਰ ਲੱਗਾ। ਕਲਿਆਣ ਚੰਦ ਬੇਦੀ ਦੇ ਘਰ ਪੁੱਤਰ ਪੈਦਾ ਹੋਇਆ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਧਰ ਪੈਦਾ ਹੋਏ, ਜਵਾਨ ਹੁੰਦੇ ਪਏ, ਤੇ ਰਾਏ ਬੁਲਾਰ ਪੈਦਾ ਹੋਇਆ, ਜਵਾਨ ਹੋ ਰਿਹਾ। ਰਾਏ ਬੁਲਾਰ ਜਿਹੜਾ ਉਹ ਮਹਿਤਾ ਕਲਿਆਣ ਚੰਦ ਬੇਦੀ ਦਾ ਵੀ ਬੜਾ ਸਤਿਕਾਰ ਕਰਦਾ, ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਬੜਾ ਸਤਿਕਾਰ ਕਰਦਾ। ਹੁਣ 10 ਪਿੰਡਾਂ ਦੀ ਜਿਹੜੀ ਜਗੀਰ ਸੀ, ਰਾਏ ਬੁਲਾਰ ਨੇ ਜਿਹੜੀ ਬੇਧਰਮੀ ਹੋ ਕੇ ਰਾਜਪੂਤ ਧਰਮ ਛੱਡ ਕੇ ਮੁਸਲਮਾਨ ਹੋ ਗਿਆ ਸੀ ਨਾ, ਭੱਟੀ ਰਾਜਪੂਤ ਭੋਏ, 10 ਪਿੰਡਾਂ ਦੀ ਜਗੀਰ ਜਿਹੜੀ ਧਰਮ ਬਦਲਣ ਦੇ ਬਦਲੇ ਮਿਲੀ ਸੀ, ਉਹ ਸਾਰੀ ਦੀ ਸਾਰੀ ਜਗੀਰ ਜਿਹੜੀ ਹੈ 7000 ਏਕੜ ਜ਼ਮੀਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਲਵਾ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਦੇ ਸਮਾਂ ਆਇਆ ਸੀ ਲਾਲਚਵਸ ਹੋ ਕੇ ਜ਼ਗੀਰ ਲੈ ਲਈ, ਤੇ ਆਖਿਆ ਧਰਮ ਤਬਦੀਲ ਕੀਤਾ, ਮੈਂ ਧਰਮੀ ਹੋਇਆ ਤੇ ਮੈਨੂੰ ਜ਼ਗੀਰ ਮਿਲੀ, ਤੇ ਅੱਜ ਨਾਨਕ ਨਿਰੰਕਾਰੀ ਨੇ ਮੇਰੇ ਤੇ ਰਹਿਮਤ ਕੀਤੀ ਆ, ਮੈਨੂੰ ਸੇਵਾਵਾਂ ਮਿਲੀਆਂ ਨੇ, ਇਹ ਮੇਰੇ ਪਰਗਣੇ 'ਚ ਰੱਬ ਪੈਦਾ ਹੋਇਆ ਹੈ, ਤੇ ਇਸ ਪਰਗਣੇ ਦਾ ਮਰਲਾ ਮਰਲਾ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਂ ਕਰ ਦਿੱਤਾ। ਅੱਜ ਵੀ ਪਾਕਿਸਤਾਨ ਦੀ ਗਜਟ ਦੇ ਅੰਦਰ ਮੁਰੱਬਿਆਂ ਦੇ ਮੁਰੱਬੇ ਜ਼ਮੀਨ ਜਿਹੜੀ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਂ ਬੋਲਦੀ ਅੱਜ ਵੀ। ਤੇ ਜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਾਹੌਰ ਦਾ ਬਾਦਸ਼ਾਹ ਬਣਿਆ, ਤਾਂ ਮਹਾਰਾਜਾ ਰਣਜੀਤ ਸਿੰਘ ਵੀ ਜਿਸ ਧਾਮ ਤੇ ਗਿਆ, ਤੇ ਉਸ ਧਾਮ ਦੇ ਨਾਲ ਮੁਰੱਬਿਆਂ ਦੇ ਮੁਰੱਬੇ ਜ਼ਮੀਨ ਦੇ ਲਵਾਏ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪ੍ਰਕਾਸ਼ ਦਿਹਾੜੇ ਦੀਆਂ ਵਡਿਆਈਆਂ ਕਰਦੇ ਹਾਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਜਿਹੜੀਆਂ ਸੁਭਾਵਿਕ ਨੇ, ਮੈਂ ਵਿਚਾਰ ਸ਼ੁਰੂ ਕੀਤੀ ਸੀ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨਿਆ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਕੁੱਲ ਕਹੀਏ ਖਾਨਦਾਨ, 3 ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ। ਬੇਦੀ ਖਾਨਦਾਨ ਧੰਨਿਆ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਪ੍ਰਗਟੇ। ਧੰਨਿਆ ਮਹਿਤਾ ਕਲਿਆਣ ਚੰਦ ਬੇਦੀ ਜਿਨ੍ਹਾਂ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਨੇ ਅਵਤਾਰ ਧਾਰਿਆ। ਧੰਨਿਆ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਜਿਨ੍ਹਾਂ ਨੇ ਆਪਣੀ ਕੁੱਖ ਤੋਂ ਅਕਾਲ ਪੁਰਖ ਵਾਹਿਗੁਰੂ ਨੂੰ ਇਹ ਦਾਤ ਜਿਹੜੀ ਉਹ ਪ੍ਰਾਪਤ ਹੋਈ ਉਹਨਾਂ ਨੂੰ, ਕਿ ਅਕਾਲ ਪੁਰਖ ਵਾਹਿਗੁਰੂ ਨੂੰ ਜਨਮ ਦੇਣ ਦਾ ਸੁਭਾਗ ਪ੍ਰਾਪਤ ਹੋਇਆ। ਵੈਸੇ ਪਰਮੇਸ਼ਰ ਜੋਨੀਆਂ 'ਚ ਨਹੀਂ ਆਉਂਦਾ, ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਵਾਹਿਗੁਰੂ ਜਿਹੜਾ ਜੋਨੀਆਂ ਤੋਂ ਬਾਹਰ ਆ, ਪਰ ਨਿਰਗੁਣ ਤੋਂ ਸਰਗੁਣ ਰੂਪ ਜਿਹੜਾ ਨਿਰੰਕਾਰ ਨੇ ਆਪ ਧਾਰਨਾ ਕੀਤਾ ਦੁਨੀਆ ਦੇ ਭਲੇ ਵਾਸਤੇ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਦੀ ਵਿਚਾਰ ਕਰਦੇ ਆ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਧੰਨਵਾਦ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸੱਜਣ ਸਾਹਿਬਾਨਾਂ ਦਾ, ਜਿਨ੍ਹਾਂ ਨੇ ਹੁਕਮ ਕੀਤਾ ਤੇ ਮੈਂ ਆਪ ਜੀਆਂ ਦੇ ਦਰਸ਼ਨ ਕਰ ਸਕਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਮੰਜੀ ਸਾਹਿਬ, ਔਰ ਸਾਡੀ ਕੌਮ ਦੇ ਸ਼ਹੀਦਾਂ ਦਾ ਪਾਕ ਪਵਿੱਤਰ ਸਥਾਨ ਆ ਮਾਤਾ ਗੁਜਰ ਕੌਰ ਜੀ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀਆਂ ਦਾ। ਸੋ ਪ੍ਰਬੰਧਕ ਕਮੇਟੀ ਦਾ ਧੰਨਵਾਦ, ਗੁਰੂ ਕੇ ਵਜ਼ੀਰ ਸਿੰਘਾਂ ਦਾ ਧੰਨਵਾਦ, ਮੇਰੇ ਅਤੀ ਸਤਿਕਾਰਯੋਗ ਗਿਆਨੀ ਗੁਰਸੇਵਕ ਸਿੰਘ ਜੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਧਰਮ ਪ੍ਰਚਾਰਕ ਦੀ ਸੇਵਾ ਨਿਭਾ ਰਹੇ ਆ। ਛੋਟਾ ਵੀਰ ਆ ਸਾਡਾ, ਬਹੁਤ ਮੁਹੱਬਤ ਕਰਦੇ ਆ। ਗੁਰੂ ਸਾਹਿਬ ਕਿਰਪਾ ਕਰਨ ਕਿ ਇਹਨਾਂ ਨੂੰ
गुरमत दीआं दातां देण महाराज, बाणी बाणे दा प्यार बख्शण, विद्या दी दात देण, इसे तरह गुरमत दी प्रचार दी सेवा करन दा बल बख्शण। और धन्नवाद आ मेरी कौम दे शहीदां ते मुरीदां दा, सब तो वध धन्नवाद आ साहब श्री गुरु ग्रंथ साहब महाराज जी, जिन्हां ने कृपा की। जे पास बहाले तां तोजी आराधी, जे मार कड्डै भी ध्याई, विचार करदियां होइयां भुल्लां दी खिमा बख्शणी। जिहड़ा पहलां आपां तरला कीता सी ओह दुबारे करिए। सारे जने अपने हिस्से विच गायो, गूंज पायो, सारे जने अपनी वारी विच बोलिओ प्यार विच भिज के कि हे धन गुरु नानक देव महाराज जी, मेहता कल्याण चंद बेदी दे घर जन्म लिया जे, माता तृप्ता जियां दी कुख नूं भाग लाए जे, राए भोए दी तलवंडी विच रौनकां लाइयां जे, आ मेरा शरीर रूपी घर आ महाराज, इहदे विच भी चरण पाओ, मोहन घर आओ करूं जो दरिया। सारी संगत अपने हिस्से विच बोलिओ, आ नानका वे कदे असां वाले वेड़े, आ नानका वे कदे असां वाले वेड़े, दीवे बैठे असां दे जगा, नानका वे कदे असां वाले वेड़े, आ नानका वे कदे असां वाले वेड़े। सुन्ना रहा वेड़ा सानू खा, नानका वे कदे असां वाले वेड़े, आ नानका वे कदे असां वाले वेड़े। बंदगी दी खैर झोली पा, नानका वे कदे असां वाले वेड़े, आ नानका वे कदे असां वाले वेड़े। दीवे बैठे आसां दे जगा, नानका वे कदे असां वाले वेड़े, आ नानका वे कदे असां वाले वेड़े। वाहिगुरु जी का खालसा, वाहिगुरु जी की फतेह।